ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਗੁਰ ਅਮਰ ਅੰਸ ਹੈ ਏਠਾਂ, ਪਿਤ ਨਾਨੇ ਤਨ ਤਿਆਗਨ ਥਾਨ। ਜਿਉਂ ਗਜ ਫੂਲ ਮਾਲ ਕੋ ਡਾਰੇ, ਤਿਮ ਤੁਮ ਤਜੋ ਦੇਹ ਸੁਖ ਮਾਨ। ਸ਼੍ਰੀ ਗੁਰ ਅਮਰ ਅੰਸ ਹੈ ਏਠਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ, ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ ਪੰਥ ਵਾਲੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ, ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਆਪ ਜੀ ਨੇ ਸਾਹਿਬਾਂ ਦੇ ਚਰਨ ਪਰਸੇ ਹਨ, ਹਾਜ਼ਰੀ ਭਰੀ ਹੈ। ਗੁਰੂ ਸਾਹਿਬ ਜੀ ਦੇ ਮਹਾਨ ਅਸਥਾਨ 'ਤੇ ਲੜੀਵਾਰ ਸਾਹਿਬਾਂ ਦੇ ਸਤਿਗੁਰੂ ਪਾਤਸ਼ਾਹ ਦੇ ਜੀਵਨ ਬਿਰਤਾਂਤ, ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ ਪੰਚਮ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਪਾਵਨ ਧਰਤੀ ਸ਼੍ਰੀ ਗੋਂਦਵਾਲ ਸਾਹਿਬ ਜੀ ਵਿਖੇ ਪਹੁੰਚੇ ਹਨ। ਸਾਹਿਬਾਂ ਦੇ ਵੱਡੇ ਭਰਾਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦੂਜੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ, ਜਿਨ੍ਹਾਂ ਦਾ ਅੰਤਲਾ ਸਮਾਂ ਨੇੜੇ ਆਇਆ ਹੈ, ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਆਤਮਾ ਕੀ ਹੈ, ਆਤਮਾ ਦੁੱਖ ਸੁੱਖ ਕਿਵੇਂ ਅਨੁਭਵ ਕਰਦੀ ਹੈ, ਕਿਰਪਾ ਕਰਕੇ ਉਹ ਸਾਰਾ ਸਰੂਪ ਆਤਮਾ ਦਾ ਸਮਝਾਵੋ। ਆਤਮਾ ਆਵਾਗਮਨ ਦੇ ਜਨਮ ਚੱਕਰ ਵਿੱਚ ਕਿਉਂ ਪੈਂਦੀ ਹੈ, ਵਾਰ-ਵਾਰ ਜਨਮ ਇਨਸਾਨ ਦਾ ਕਿਉਂ ਹੁੰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਦੋ ਚੀਜ਼ਾਂ ਮੁੱਖ ਹਨ, ਇੱਕ ਤਨਹੰਤਾ, ਇੱਕ ਮਮਤਾ। ਤਨਹੰਤਾ ਅਤੇ ਮਮਤਾ ਦੇ ਕਾਰਨ ਹੀ ਮਨੁੱਖੀ ਮਨ ਵਿੱਚੋਂ ਵਾਰ-ਵਾਰ ਖਹਿਸ਼ਾਂ, ਉਮੀਦਾਂ, ਆਸਾਂ, ਵਾਸ਼ਨਾਵਾਂ ਪੈਦਾ ਹੁੰਦੀਆਂ ਹਨ, ਜਿਸ ਕਰਕੇ ਆਤਮਾ ਕਈ ਜਨਮਾਂ ਦੇ ਚੱਕਰ ਕੱਟਦੀ, ਕਈ ਸਰੂਪ, ਕਈ ਰੂਪ ਧਾਰਨ ਕਰਦੀ ਹੈ। ਸੋ ਆਤਮਾ ਭਾਵੇਂ ਜੰਮਣ ਮਰਨ ਤੋਂ ਰਹਿਤ ਹੈ, ਪਰ ਉਹ ਕਈ ਸਰੂਪਾਂ ਵਿੱਚ ਪ੍ਰਵੇਸ਼ ਕਰਦੀ ਹੈ, ਕਈ ਜੂਨਾਂ ਵਿੱਚ ਜਾ ਕੇ ਪ੍ਰਵਾਜ ਕਰਦੀ ਹੈ। ਜਿੰਨਾ ਚਿਰ ਮਨੁੱਖਾ ਸਰੀਰ ਵਿੱਚ ਆਤਮਾ ਨੂੰ ਆਪਣੇ ਸਰੂਪ ਦੀ, ਅਸਲੀ ਸਰੂਪ ਦੀ ਲਖਤਾ, ਅਨੁਭਵਤਾ ਨਹੀਂ ਹੁੰਦੀ, ਉਹਨਾਂ ਚਿਰ ਇਹ ਜੀਵ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਮਹਾਦੇਵ ਜੀ ਦੀ ਬੇਨਤੀ ਨੂੰ ਸਰਵਣ ਕਰਕੇ ਸਾਹਿਬਾਂ ਨੇ ਆਤਮ ਸਰੂਪ ਦਾ ਅਨੁਭਵ ਕਰਵਾਉਣ ਵਾਸਤੇ ਉਹਨਾਂ ਦੇ ਨੇਤਰ ਬੰਦ ਕਰਵਾਏ,
ਸਿੱਖਿਆ ਦਿੱਤੀ ਕਿ ਜੋ ਮਨ ਦੀਆਂ ਬਿਰਤੀਆਂ ਖਿੰਡੀਆਂ ਹੋਈਆਂ ਹਨ, ਮਨ ਨੂੰ ਟਿਕਾ ਕਰਕੇ ਨੇਤਰ ਬੰਦ ਕਰਕੇ ਆਪਣੇ ਆਤਮ ਸਰੂਪ ਵਿੱਚ ਜੁੜਨਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ। ਬਾਬਾ ਮਹਾਦੇਵ ਜੀ ਇਸੇ ਤਰ੍ਹਾਂ ਹੀ ਟਿਕੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਉਹਨਾਂ ਨੇ ਉਹ ਅਨੁਭਵ ਦਾ ਖਜ਼ਾਨਾ ਹਾਸਲ ਕੀਤਾ ਜੋ ਲੰਮੀ ਸਾਧਨਾ ਤੋਂ ਬਾਅਦ ਵੀ ਕਿਸੇ ਵਿਰਲੇ ਯੋਗੀ ਨੂੰ ਅਨੁਭਵ ਹੁੰਦਾ ਹੈ। ਆਤਮ ਰਸ, ਬ੍ਰਹਮਾ ਰਸ, ਬ੍ਰਹਮਾਨੰਦ ਉਹਨਾਂ ਨੇ ਮਾਣਿਆ। 6 ਘੰਟੇ 2 ਪਹਿਰ ਉਹਨਾਂ ਦੀ ਸਮਾਧੀ ਲੱਗੀ ਰਹੀ। ਸਾਹਿਬਾਂ ਨੇ ਆਪ ਹੀ ਬਾਬਾ ਮਹਾਦੇਵ ਨੂੰ ਕਹਿ ਕਰਕੇ ਉਸ ਦੀ ਬਿਰਤੀ ਉਥਾਨ ਕੀਤੀ ਅਤੇ ਫਿਰ ਸਾਹਿਬਾਂ ਨੇ ਵਚਨ ਕੀਤਾ ਕਿ ਜੋ ਤੁਸੀਂ ਅੰਦਰ ਵੇਖਿਆ ਹੈ ਉਹ ਬਾਹਰ ਵੀ ਵੇਖੋ। ਉਹਨਾਂ ਨੇ ਨੇਤਰ ਖੋਲ੍ਹ ਕਰਕੇ ਜੋ ਅੰਦਰ ਅਨੁਭਵ ਕੀਤਾ ਸੀ ਉਹੀ ਬਾਹਰ ਤੱਕਿਆ। ਕੀ ਤੱਕਿਓ ਨੇ? ਉਹ ਅਵਸਥਾ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਗਈ ਜਿਸ ਅਵਸਥਾ ਵਿੱਚ ਰਾਗ ਨਾ ਦਵੈਸ਼ ਨਾ ਮੋਹ ਨਾ ਮਾਇਆ, ਪਰਦਾ ਮਿਟਿਓ ਪਛਾਨਿਓ ਏਕ। ਜਿਹੜਾ ਪਰਦਾ ਵਿੱਚ ਦੀਵਾਰ ਸੀ ਉਹ ਸਾਰੀ ਪਾਸੇ ਹੋ ਗਈ, ਪਰਦਾ ਪਾਸੇ ਹੋ ਗਿਆ। ਆਤਮ ਸਰੂਪ ਦੀ ਲਖਤਾ ਹੋ ਗਈ। ਜੋ ਅੰਦਰ ਤੱਕਦੇ ਸਨ ਉਹ ਬਾਹਰ ਵੀ ਵੇਖਿਆ। ਨਾ ਰਾਗ ਰਿਹਾ, ਨਾ ਦਵੈਸ਼ ਰਹੀ, ਨਾ ਮਾਇਆ ਦਾ ਮੋਹ ਰਿਹਾ, ਨਾ ਭਰਮ ਦਾ ਤੇ ਮਾਇਆ ਦਾ ਹਉਮੈ ਦਾ ਪਰਦਾ ਰਿਹਾ। ਆਸਾਂ ਦੇਸਾਂ ਦੇ ਤਖਤੇ ਜਿਹੜੇ ਸਨ ਦੂਰ ਹੋ ਗਏ। ਆਪਣੇ ਅਸਲੀ ਸਰੂਪ ਦੇ ਦਰਸ਼ਨ ਕੀਤੇ। ਉਹ ਸਰੂਪ ਜਿਸ ਬਾਰੇ ਬਾਣੀ 'ਚ ਦੱਸਿਆ, ਨਾ ਉਹ ਬੁੱਢਾ ਨਾ ਉਹ ਬਾਲਾ, ਨਾ ਜਵਾਨ ਹੈ ਅਤੇ ਨਾ ਹੀ ਬੱਚਾ, ਨਾ ਹੀ ਉਹ ਬਜ਼ੁਰਗ ਹੈ। ਉਹ ਸਦਾ ਇੱਕ ਰਸ ਰਹਿੰਦਾ ਹੈ ਕਿਉਂਕਿ ਉਹ ਬ੍ਰਹਮ ਦੀ ਅੰਸ਼ ਹੈ। ਬ੍ਰਹਮ ਵਿੱਚ ਕਿਸੇ ਤਰ੍ਹਾਂ ਦੀ ਵਾਧ ਘਾਟ ਨਹੀਂ ਅਤੇ ਆਤਮਾ ਵੀ ਬ੍ਰਹਮ ਦੀ ਅੰਸ਼ ਹੈ। ਉਸ ਅਵਸਥਾ ਨੂੰ ਉਹਨਾਂ ਮਾਣਿਆ ਜਿਸ ਦਾ ਜ਼ਿਕਰ ਗੁਰੂ ਨਾਨਕ ਦੇ ਪਾਤਸ਼ਾਹ ਬਾਣੀ ਵਿੱਚ ਕਰਦੇ ਨੇ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਉਸ ਅਨੁਭਵੀ ਗਿਆਨ ਨੂੰ ਉਹਨਾਂ ਨੇ ਮਾਣਿਆ, ਅਨੁਭਵ ਕੀਤਾ ਹੈ। ਸੋ ਸਾਕਸ਼ਾਤ ਆਤਮਾ ਦੇ ਦੀਦਾਰ ਹੋਏ ਹਨ। ਬ੍ਰਹਮ ਦੇ ਦਰਸ਼ਨ ਸਾਕਸ਼ਾਤ ਉਹਨਾਂ ਨੂੰ ਸਾਰਿਆਂ ਵਿੱਚੋਂ ਹੋਏ ਹਨ। ਸੋ ਇਸ ਤਰ੍ਹਾਂ ਉਹਨਾਂ ਨੇ ਭਾਈ ਸਾਹਿਬ ਦੱਸਦੇ, 1 2 ਦਿਨ ਪੁਨ ਬਸੇ ਤਿਸੀ ਪੁਰ ਅਤ ਸੁਖ ਪਾਏ ਸ ਪਰਮ ਵਿਵੇਕ। ਪਰਮ ਵਿਵੇਕੀ ਦੀ ਅਵਸਥਾ ਵਿੱਚ ਟਿਕ ਕੇ ਬਾਬਾ ਮਹਾਦੇਵ ਨੇ ਬੜਾ ਭਾਰੀ ਆਤਮਿਕ ਸੁਖ ਪਾਇਆ। ਤਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਭਰਾਤਾ ਜੀਓ, ਸਰੀਰ ਨੇ ਤਾਂ ਕੋਈ ਹੁਣ ਬਹੁਤਾ ਲੰਮਾ ਸਮਾਂ ਚੱਲਣਾ ਨਹੀਂ। ਸਰੀਰ ਤਾਂ ਹੰਢ ਚੁੱਕਾ ਹੈ, ਆਪਣੀ ਉਮਰ ਪੁਗਾ ਚੁੱਕਾ ਹੈ। ਇਸ ਵਾਸਤੇ ਸਮਾਂ ਥੋੜ੍ਹਾ ਹੈ। ਹੁਣ ਵਾਪਸ ਅੰਮ੍ਰਿਤਸਰ ਸਾਹਿਬ ਜਾਣ ਦੀ ਲੋੜ ਨਹੀਂ ਹੈ। 2 ਦਿਨ ਇੱਥੇ ਹੀ ਹੋਰ ਠਹਿਰ ਕਰਕੇ ਤੁਸੀਂ ਆਪਣਾ ਪੰਜ ਭੂਤਿਕ ਸਰੀਰ ਇੱਥੇ ਗੋਂਦਵਾਲ ਸਾਹਿਬ ਦੀ ਧਰਤੀ 'ਤੇ ਹੀ ਤਿਆਗੋ। ਸੋ ਜਿਵੇਂ ਸਾਹਿਬ ਸੱਚੇ ਪਾਤਸ਼ਾਹ ਜੀ ਵੱਡੇ ਭਰਾਤਾ ਨੂੰ ਕਹਿ ਰਹੇ ਨੇ, ਉਹ ਗੁਰੂ ਕਾ ਇਤਿਹਾਸ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਸ਼੍ਰੀ ਗੁਰਪ੍ਰਤਾਪ ਸੂਚ ਗ੍ਰੰਥ ਅੰਦਰ ਬਿਰਜ ਭਾਸ਼ਾ ਵਿੱਚ ਉਚਾਰਨ ਕਰਕੇ ਜਿਵੇਂ ਸੁਣਾਉਂਦੇ ਹਨ, ਸਰਵਣ ਕਰੀਏ ਜੀ। ਸ਼੍ਰੀ ਗੁਰ ਅਮਰ ਅੰਸ ਹੈ ਏਠਾਂ, ਪਿਤ ਨਾਨੇ ਤਨ ਤਿਆਗਨ ਥਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਮਹਾਦੇਵ ਜੀਓ, ਇਹ ਜੋ ਥਾਂ ਹੈ ਨਾ ਗੋਂਦਵਾਲ ਸਾਹਿਬ ਦੀ ਧਰਤੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਸਾਈ ਹੋਈ ਨਗਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਗੋਂਦਵਾਲ ਸਾਹਿਬ ਦੀ ਬੜੀ ਮਹਿਮਾ ਕੀਤੀ ਹੈ। ਔਰ ਗੋਂਦਵਾਲ ਸਾਹਿਬ ਨੂੰ ਗੋਬਿੰਦ ਦੀ ਪੁਰੀ ਵਰਣਨ ਕੀਤਾ ਭੱਟ ਸਾਹਿਬਾਨਾਂ ਨੇ। ਸੋ ਉਹ ਗੋਂਦਵਾਲ ਸਾਹਿਬ ਨਗਰੀ ਬਾਰੇ ਸਾਹਿਬ ਕਹਿਣ ਲੱਗੇ, ਸ਼੍ਰੀ ਗੁਰ ਅਮਰ ਅੰਸ ਹੈ ਇਹ ਠਾਂ। ਇਸ ਥਾਂ 'ਤੇ ਗੋਂਦਵਾਲ ਸਾਹਿਬ ਨਗਰੀ ਵਿੱਚ ਸਾਡੇ ਨਾਨਾ ਸਤਿਗੁਰੂ ਅਮਰਦਾਸ ਜੀ ਦੀ ਅੰਸ, ਉਹਨਾਂ ਦੀ ਅੰਸ ਬੰਸ ਹੈ। ਪਿਤ ਨਾਨੇ ਤਨ ਤਿਆਗਨ ਥਾਂ।
ਸਾਡੇ ਸਤਿਕਾਰਯੋਗ ਪਿਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ, ਸਾਡੇ ਨਾਨਾ ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਰੀਰ ਤਿਆਗਣ ਦਾ, ਜੋਤੀ ਜੋਤ ਸਮਾਉਣ ਦਾ ਇਹ ਥਾਂ ਹੈ, ਇਹ ਉਹ ਧਰਤੀ ਹੈ ਜਿੱਥੇ ਸਾਡੇ ਨਾਨਾ ਸਾਡੇ ਪਿਤਾ ਜੀ ਜੋਤੀ ਜੋਤ ਸਮਾਏ ਹਨ। ਜਿਉਂ ਗਜ ਫੂਲ ਮਾਲ ਕੋ ਡਾਰੇ, ਤਿਮ ਤੁਮ ਤਜੋ ਦੇਹ ਸੁਖ ਮਾਨ। ਜਿਵੇਂ ਗੱਜ ਹੁੰਦਾ ਹਾਥੀ, ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਪਾ ਦਿੱਤੀ ਜਾਵੇ ਤੇ ਉਹ ਸੁੰਡ ਦੇ ਨਾਲ ਮਾਲਾ ਨੂੰ ਲਾ ਕੇ ਸਹਿਜੇ ਜੇ ਥੱਲੇ ਰੱਖ ਦਿੰਦਾ ਤੇ ਉਹ ਮਾਲਾ ਲਾਉਣ ਲੱਗੇ ਉਹਨੂੰ ਦੁੱਖ ਨਹੀਂ ਹੁੰਦਾ ਕਿ ਉਹਨੂੰ ਬੜੀ ਮਿਹਨਤ ਕਰਨੀ ਪੈਂਦੀ ਜਾਂ ਬੜੀ ਤਕਲੀਫ ਹੁੰਦੀ ਹੈ। ਇਸੇ ਤਰ੍ਹਾਂ ਹੀ ਗੁਰਮੁਖਾਂ ਨੂੰ ਸਰੀਰ ਛੱਡਣ ਲੱਗਿਆਂ ਜਿਵੇਂ ਹਾਥੀ ਮਾਲਾ ਲਾਉਣ ਲੱਗਾ ਦੁਖੀ ਨਹੀਂ ਹੁੰਦਾ, ਗੁਰਮੁਖ ਜਨ ਵੀ ਸਰੀਰ ਤਿਆਗਣ ਲੱਗੇ ਦੁਖੀ ਨਹੀਂ ਹੁੰਦੇ। ਬਾਕੀ ਸਰੀਰਾਂ ਦਾ ਧਰਮ ਹੁੰਦਾ ਹੈ ਕਿ ਸਰੀਰ ਨੇ ਕਿਸ ਤਰੀਕੇ ਨਾਲ ਸ਼ਾਂਤ ਹੋਣਾ ਛੁੱਟਣਾ ਹੈ। ਕੋਈ ਵੀ ਤਰੀਕਾ ਸਾਧਨ ਮਾਧਿਅਮ ਬਣ ਸਕਦਾ ਹੈ, ਪਰ ਉਹਨਾਂ ਦੀ ਆਤਮਾ ਸਦਾ ਸੁਖੀ ਰਹਿੰਦੀ ਹੈ। ਗੁਰੂ ਪਾਤਸ਼ਾਹ ਕਹਿਣ ਲੱਗੇ, ਬਾਬਾ ਮਹਾਦੇਵ ਜੀਓ, ਜਿਉਂ ਗੱਜ ਫੂਲ ਮਾਲ ਕੋ ਡਾਰੇ, ਜਿਵੇਂ ਹਾਥੀ ਫੁੱਲਾਂ ਦੀ ਮਾਲਾ ਗਲ ਵਿੱਚੋਂ ਲਾਹ ਕੇ ਡਾਰੇ ਥੱਲੇ ਸੁੱਟ ਦਿੰਦਾ ਹੈ, ਤਿਮ ਤੁਮ ਤਜੋ ਦੇਹ ਸੁਖ ਮਾਨ, ਤਿਵੇਂ ਤੁਸੀਂ ਸੁਖ ਮੰਨ ਕਰਕੇ ਆਪਣੇ ਪੰਜ ਭੂਤਕ ਸਰੀਰ ਦੇਹੀ ਨੂੰ ਤਿਆਗ ਦੇਣਾ ਕਰੋ। ਸੁਨਤ ਪ੍ਰਫੁੱਲਿਤ ਮਹਾਦੇਵ ਭਾ, ਅਬ ਕੁਛ ਕਰਨੋ ਰਹਿਓ ਨ ਜਾਨ। ਸਾਹਿਬਾਂ ਦੇ ਬਚਨ ਸੁਣ ਕੇ ਹੁਣ ਭਰਾਤਾ ਨਹੀਂ ਸਮਝ ਰਿਹਾ, ਹੁਣ ਗੁਰੂ ਪਰਮੇਸ਼ਰ ਗੁਰੂ ਨਾਨਕ ਦੇ ਪਾਤਸ਼ਾਹ ਦਾ ਸਰੂਪ ਜਾਣਦੇ ਹਨ ਬਾਬਾ ਮਹਾਦੇਵ ਜੀ। ਸੁਣਦਿਆਂ ਸਾਰ ਹੀ ਉਹਨਾਂ ਦਾ ਹਿਰਦਾ ਪ੍ਰਫੁੱਲਤ ਹੋ ਗਿਆ, ਐਨ ਖਿੜ ਗਿਆ, ਖਿੜਾਓ ਵਿੱਚ ਆ ਗਿਆ। ਨਹੀਂ ਤਾਂ ਇਹੋ ਜਿਹੇ ਸਮੇਂ 'ਤੇ ਹਰ ਬੰਦਾ ਭੈ ਭੀਤ ਹੋ ਜਾਂਦਾ, ਡਰ ਜਾਂਦਾ, ਮੌਤ ਦਾ ਡਰ ਹੀ ਇਹੋ ਜਿਹਾ ਹੈ। ਪਰ ਬਾਬਾ ਮਹਾਦੇਵ ਜੀ ਦੇ ਹਿਰਦੇ 'ਚ ਕੋਈ ਡਰ ਭੈ ਨਹੀਂ। ਤਰਲੋਕੀ ਦਾ ਮਾਲਕ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਬੈਠਾ ਹੋਵੇ ਅਤੇ ਉੱਥੇ ਡਰ ਭੈ ਆ ਜਾਵੇ, ਹੋ ਹੀ ਨਹੀਂ ਸੀ ਸਕਦਾ। ਉੱਥੇ ਸਦਾ ਚੜ੍ਹਦੀ ਕਲਾ, ਸਦਾ ਪ੍ਰਫੁੱਲਤਾ, ਸਦਾ ਵਿਗਾਸ, ਸਦਾ ਖੇੜਾ, ਸਦਾ ਸ਼ਾਂਤੀ, ਸਦਾ ਸਦੀਵੀ ਸੁਖ ਹੈ। ਸੁਣ ਕੇ ਬਾਬਾ ਜੀ ਸਾਹਿਬਾਂ ਦੇ ਬਚਨ ਬੜੇ ਪ੍ਰਫੁੱਲਤ ਹੋਏ, ਖੁਸ਼ ਹੋਏ ਤੇ ਕਹਿਣ ਲੱਗੇ, ਗੁਰੂ ਪਾਤਸ਼ਾਹ ਹੁਣ ਕੁਛ ਕਰਨਾ ਬਾਕੀ ਨਹੀਂ ਰਿਹਾ। ਇਹ ਉਹੀ ਕਹਿੰਦੇ ਨੇ ਜਿਹੜੇ ਸਾਰਾ ਕੰਮ ਕਾਰ ਮੁਕਾ ਲੈਂਦੇ ਨੇ। ਨਹੀਂ ਤਾਂ ਜਮਾਂ ਨੂੰ ਵੀ ਬੰਦਾ ਕਹਿੰਦਾ ਹੈ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬੇ ਨਿਵਾਜ ਸਰਾਏ ਗੁਜ਼ਾਰੋ। ਪਰ ਜਮ ਕਦੀ ਅਰਦਾਸ ਸੁਣਦੇ ਨਹੀਂ, ਗੁਰੂ ਹੀ ਅਰਦਾਸ ਸੁਣਦਾ। ਜਮ ਤਾਂ ਡੰਡਾ ਮਾਰਦੇ ਹਨ, ਕੁੱਟਦੇ ਮਾਰਦੇ, ਤੌਣੀ ਲਾਉਂਦੇ ਹਨ। ਅਤੇ ਉਹ ਫਿਰ ਅੱਗੋਂ ਕੀ ਕਹਿੰਦੇ ਹਨ, ਕਹਿੰਦੇ ਨਹੀਂ, ਚੱਲ ਦਰਹਾਰ ਦੀਵਾਨ ਬੁਲਾਇਆ ਹਰ ਫਰਮਾਨ। ਦਰਗਾਹ ਦੇ ਵਿੱਚੋਂ ਵਾਹਿਗੁਰੂ ਪਰਮੇਸ਼ਰ ਦਾ ਫਰਮਾਨ ਆ ਗਿਆ ਹੈ, ਚੱਲ ਦਰਹਾਲ ਦੀਵਾਨ ਬੁਲਾਇਆ ਹਰ ਫਰਮਾਨ ਦਰਗੇ ਕਾ ਆਇਆ। ਰੱਬ ਦਾ ਫਰਮਾਨ ਆ ਗਿਆ ਹੈ, ਤੈਨੂੰ ਜਾਣਾ ਪੈਣਾ ਹੈ। ਉਹ ਲੈ ਜਾਂਦੇ, ਉਹ ਨਹੀਂ ਲਿਹਾਜ਼ ਕਰਦੇ। ਪਰ ਗੁਰਮੁਖ ਆਵੇ ਜਾਏ ਨਿਸੰਗ, ਗੁਰਮੁਖ ਨਾਲ ਐਸਾ ਨਹੀਂ ਹੁੰਦਾ। ਉਹਦੀ ਇੱਛਾ ਜਦੋਂ ਮਰਜ਼ੀ ਸਰੀਰ ਛੱਡੇ, ਜਦੋਂ ਮਰਜ਼ੀ ਮਨੁੱਖਾ ਜਨਮ ਧਾਰਨ ਕਰ ਲਵੇ, ਕਿਉਂਕਿ ਵਾਸ਼ਨਾ ਦੇ ਅਧੀਨ ਹੋ ਕਰਕੇ ਨਾ ਕਦੀ ਜਨਮ ਲੈਂਦਾ ਹੈ, ਵਾਸ਼ਨਾ ਦਾ ਬੱਧਾ ਹੋਇਆ ਨਾ ਕਦੀ ਸੰਸਾਰ ਤੋਂ ਜਾਂਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਗੁਰਮੁਖ ਨਿਸੰਗ ਹੋ ਕਰਕੇ ਆਉਂਦਾ ਅਤੇ ਨਿਸੰਗ ਹੋ ਕਰਕੇ ਜਾਂਦਾ ਹੈ। ਸਾਹਿਬ ਜੀ ਜਦੋਂ ਆਖਿਆ ਕਿ ਤੁਸੀਂ ਆਪਣਾ ਸਰੀਰ ਇੱਥੇ ਛੱਡੋ, ਬਾਬਾ ਮਹਾਦੇਵ ਖੁਸ਼ ਹੋ ਕੇ ਕਹਿਣ ਲੱਗਾ, ਅਬ ਕੁਛ ਕਰਨੋ ਰਹਿਓ ਨਾ ਜਾਨ। ਮਹਾਰਾਜ ਜਾਣ ਲਵੋ, ਹੁਣ ਮੇਰਾ ਕੁਛ ਵੀ ਕਰਨਾ ਬਾਕੀ ਨਹੀਂ ਰਿਹਾ, ਸਾਰੇ ਕਾਰੋਬਾਰ ਮੁਕਾ ਲਏ, ਜੀਵਨ ਦੀ ਯਾਤਰਾ ਸਫਲ ਹੋ ਗਈ ਹੈ। ਨਹਿ ਚਿੰਤਾ ਤਨ ਰਾਖਨ ਤਿਆਗਨ, ਹੋਏ ਭਲੇ ਗਤ ਕਰਮਨ ਠਾਨ। ਮਹਾਰਾਜ ਜੀ ਹੁਣ ਸਰੀਰ ਤਿਆਗਣ ਦੀ ਚਿੰਤਾ ਹੀ ਨਹੀਂ ਹੈ। ਬੜੀ ਵੱਡੀ ਚਿੰਤਾ ਹੁੰਦੀ ਬੰਦੇ ਨੂੰ, ਕਿਤੇ ਮਰ ਨਾ ਜਾਵਾਂ, ਕਿਤੇ ਸਵਾਸ ਹੀ ਨਾ ਨਿਕਲ ਜਾਣ। ਸੋ ਬੰਦਾ ਡਰਦਾ ਮੌਤ ਦੇ ਭੈ ਤੋਂ।
ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਮਹਾਦੇਵ ਕਹਿਣ ਲੱਗੇ, ਮਹਾਰਾਜ ਹੁਣ ਚਿੰਤਾ ਨਹੀਂ ਰਹੀ, ਤਨ ਰਾਖਣ ਤਿਆਗਣ, ਸਰੀਰ ਨੂੰ ਰੱਖਣ ਦੀ ਤੇ ਸਰੀਰ ਨੂੰ ਛੱਡਣ ਦੀ ਕੋਈ ਚਿੰਤਾ ਹੀ ਨਹੀਂ ਰਹੀ। ਹੋਏ ਭਲੇ ਗਤ ਕਰਮਨ ਠਾਣ। ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਹੋ ਗਈ ਹੈ, ਇਸ ਕਰਕੇ ਹੁਣ ਭਲੀ ਗਤ ਪ੍ਰਾਪਤ ਹੋ ਗਈ। ਕਰਮ ਗਤੀ ਅਨੁਸਾਰ ਜੋ ਹੋਵੇ ਸੋ ਹੋਵੇਗਾ, ਕਰਮਾਂ ਦੀ ਗਤੀ ਤੁਸੀਂ ਕੱਟਣ ਵਾਲੇ ਹੋ। ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਕਰੋੜਾਂ ਕਰਮਾਂ ਦੇ ਵਿੱਚ ਪੈਣ ਦਾ ਪੈਂਡਾ ਗੁਰੂ ਦਾ ਸ਼ਬਦ ਕੱਟ ਦਿੰਦਾ ਹੈ। ਇਸ ਵਾਸਤੇ ਮਹਾਰਾਜ ਜੋ ਹੋਵੇਗਾ ਭਲਾ ਹੋਵੇਗਾ। ਮੈਂ ਨਿਤ ਅਮਰ ਨ ਜਨਮ ਨ ਮਰਨੋ, ਮਿਥਿਆ ਦੇਹ ਨ ਥਿਰਤਾ ਪਾਈ। ਤੁਹਾਡੀ ਕਿਰਪਾ ਨਾਲ ਮੈਂ ਹੁਣ ਉਸ ਅਮਰ ਅਵਸਥਾ ਤੇ ਪਹੁੰਚ ਗਿਆ ਹਾਂ, ਜਿੱਥੇ ਨਾ ਜਨਮ ਨਾ ਮਰਨੋ, ਨਾ ਜਨਮ ਹੁੰਦਾ ਨਾ ਮਰਨਾ ਹੁੰਦਾ, ਜਿੱਥੇ ਦਿਸ ਪੈਂਦਾ ਮਿਥਿਆ ਦੇਹ। ਆਹ ਦੇਹ ਜਿਹੜੀ ਨਾ ਮਿਥਿਆ ਝੂਠੀ ਹੈ, ਨਾ ਥਿਰਤਾ ਪਾਏ। ਇਸ ਸਰੀਰ ਨੇ ਸਦਾ ਸਥਿਰ ਨਹੀਂ ਰਹਿਣਾ। ਇਹ ਸਰੀਰ ਇੱਕ ਦਿਨ ਜਾਏਗਾ, ਕਬੀਰ ਇਹ ਤਨ ਜਾਏਗੋ। ਇੱਕ ਨਾ ਇੱਕ ਦਿਨ ਜ਼ਰੂਰ ਇਸ ਸਰੀਰ ਨੇ ਚਲੇ ਜਾਣਾ ਹੈ। ਇੱਥੋਂ ਤੱਕ ਕਹਿੰਦੇ ਕਿ ਉਹ ਵੀ ਬੰਦੇ ਸੰਸਾਰ ਤੋਂ ਤੁਰ ਗਏ ਜਿਨ ਕੇ ਲੱਖ ਕਰੋੜ, ਲੱਖਾਂ ਕਰੋੜਾਂ ਦੇ ਮਾਲਕ ਸਨ। ਤੇ ਜੇਕਰ ਤੁਸੀਂ ਯਤਨ ਕਰ ਸਕਦੇ ਤੇ ਰੋਕ ਲਓ। ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋਂ ਤੇ ਗਏ ਜਿਨ ਕੇ ਲੱਖ ਕਰੋੜ। ਆਪਣੇ ਆਪ ਨੂੰ ਰੱਬ ਹੋਣ ਦਾ ਦਾਅਵਾ ਕਰਨ ਵਾਲੇ ਵੀ ਅਖੀਰ ਸੰਸਾਰ ਤੋਂ ਤੁਰ ਗਏ, ਜਿਨ੍ਹਾਂ ਨੇ ਵੱਡੇ ਵੱਡੇ ਦਾਈਏ ਬੰਨੇ ਸਨ। ਸੋ ਮਹਾਰਾਜ ਤੁਹਾਡੀ ਕਿਰਪਾ ਨਾਲ ਸਮਝ ਪੈ ਗਈ ਕਿ ਸਰੀਰ ਸਦਾ ਸਥਿਰ ਰਹਿਣ ਵਾਲਾ ਨਹੀਂ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਅੱਜ ਕੱਲ੍ਹ ਜਾਂ ਪਰਸੋਂ ਇਹ ਸਰੀਰ ਚਲਿਆ ਜਾਵੇਗਾ। ਇਹ ਦੇਹ ਮਿਥਿਆ ਹੈ, ਝੂਠੀ ਹੈ। ਤੁਹਾਡੀ ਕਿਰਪਾ ਨਾਲ ਪਤਾ ਲੱਗ ਗਿਆ ਮੈਂ ਹੁਣ ਉਸ ਅਵਸਥਾ 'ਤੇ ਹਾਂ ਜਿਹਨੂੰ ਅਮਰ ਅਵਸਥਾ ਕਹਿੰਦੇ ਹਨ, ਜਿੱਥੇ ਜੰਮਣ ਮਰਨ ਦਾ ਕੋਈ ਡਰ ਭਾਉ ਨਹੀਂ ਵਿਆਪਦਾ। ਨਿਮ ਕਹਿ ਰਹਿਓ ਆਨੰਦਤ ਅਤਿਸ਼ੈ, ਭ੍ਰਮ ਅਗਿਆਨ ਸਮੇਤ ਬਿਹਾਈ। ਇਸ ਤਰ੍ਹਾਂ ਕਹਿ ਕੇ ਬਾਬਾ ਮਹਾਦੇਵ ਜੀ ਬੜੇ ਆਨੰਦ ਵਿੱਚ ਹੋ ਰਹੇ ਹਨ, ਬੜੇ ਪ੍ਰਸੰਨ ਹਨ। ਕਿਉਂ? ਭਰਮ ਅਗਿਆਨ ਸਮੇਤ ਬਿਹਾਏ। ਭਰਮ ਬੜਾ ਵੱਡਾ ਦੁੱਖ ਹੈ। ਭਰਮ ਤੇ ਅਗਿਆਨ ਦੇ ਸਮੇਤ ਸਾਰੇ ਜਿਹੜੇ ਬੰਧਨ ਸਨ ਚਲੇ ਗਏ। ਮਾਧਵੇ ਕਿਆ ਕਹੀਏ ਭ੍ਰਮੇ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭੱਬਾ ਭਰਮ ਮਿਟਾਵੋ ਆਪਣਾ, ਇਹ ਸੰਸਾਰ ਸਗਲ ਹੈ ਸੁਪਨਾ। ਇਹ ਭਰਮ ਦੂਰ ਹੋ ਗਿਆ, ਅਗਿਆਨਤਾ ਦਾ ਪਰਦਾ ਪਾਸੇ ਹੋ ਗਿਆ। ਇਸ ਕਰਕੇ ਮਹਾਰਾਜ ਤੁਹਾਡੀ ਕਿਰਪਾ ਹੋਈ ਹੈ। ਬੀਤ ਗਏ ਦਿਨ ਸਮਾਂ ਸੋ ਆਇਓ, ਜਾਣਿਓ ਤਨ ਕੋ ਤਜਨ ਸੁਭਾਈ। ਹੁਣ ਇੱਕ ਦੋ ਦਿਨ ਲੰਘਦਿਆਂ ਕਿਤੇ ਟਾਈਮ ਲੱਗਣਾ ਸੀ, ਉਹ ਸਮਾਂ ਆ ਪਹੁੰਚਾ। ਅੰਤਲਾ ਸਮਾਂ ਆ ਗਿਆ ਬਾਬਾ ਮਹਾਦੇਵ ਜੀ ਦਾ। ਜਾਣਿਓ ਤਨ ਕੋ ਤਜਨ ਸੁਭਾਏ। ਸੋ ਹੁਣ ਸੁਭਾਵਕ ਹੀ ਸਰੀਰ ਛੱਡ ਦੇਣਾ ਹੈ। ਜਿਵੇਂ ਸਵਾਸ ਜਿੰਨੇ ਕੁ ਬਾਕੀ ਰਹਿ ਗਏ ਉਹ ਪੂਰੇ ਹੋ ਜਾਣੇ ਹਨ। ਸੋ ਹੁਣ ਉਹਨਾਂ ਨੇ ਜਾਣ ਲਿਆ ਕਿ ਸਮਾਂ ਨੇੜੇ ਆ ਪਹੁੰਚਾ ਹੈ। ਸ਼੍ਰੀ ਅਰਜਨ ਟਿਗਵੈ ਕਰ ਪੌੜਿਓ, ਕਹਿਓ ਪ੍ਰਾਨ ਅਬ ਮੇਰੋ ਜਾਏ। ਸਾਹਿਬ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਨੇੜੇ ਆ ਕਰਕੇ ਬਾਬਾ ਮਹਾਦੇਵ ਜੀ ਲੰਮੇ ਪੈ ਗਏ। ਪੌੜਿਓ ਕਹਿੰਦੇ ਨੇ ਲੰਮੇ ਪੈ ਜਾਣ। ਲੇਟ ਗਏ ਤੇ ਨਾਲ ਬਚਨ ਕੀਤੋ ਨੇ, ਮਹਾਰਾਜ ਪ੍ਰਾਨ ਅਬ ਮੇਰੋ ਜਾਏ। ਹੁਣ ਮੇਰੇ ਪ੍ਰਾਣ ਜਾ ਰਹੇ ਹਨ, ਸਰੀਰ ਦੇ ਸਾਹ ਜਿਹੜੇ ਮੁੱਕਦੇ ਹਨ। ਤਬ ਸਤਿਗੁਰ ਪਰਵਾਰ ਸਹਿਤ ਕੋ, ਮੋਹਰੀ ਤਤ ਛਿਨ ਲੀਨ ਬੁਲਾਏ। ਪੰਚਮ ਗੁਰਦੇਵ ਨੇ ਤਦ ਉਸੇ ਸਮੇਂ ਹੀ ਛੋਟੇ ਮਾਮਾ ਜੀ ਬਾਬਾ ਮੋਹਰੀ ਜੀ ਉਹਨਾਂ ਦਾ ਸਾਰਾ ਪਰਿਵਾਰ ਸਾਹਿਬਾਂ ਨੇ ਸੱਦ ਲਿਆ। ਸੰਸ ਰਾਮ ਜਿਹ ਸਾਥ ਅਰਥ ਮਲ, ਸਿੱਖ ਸੰਗਤ ਆਨੰਦ ਸੋ ਆਈ। ਵੱਡੇ ਮਾਮਾ ਬਾਬਾ ਮੋਹਨ ਜੀ ਦੇ ਪੁੱਤਰ ਬਾਬਾ ਸੰਸ ਰਾਮ ਜੀ, ਇਸੇ ਤਰ੍ਹਾਂ ਬਾਬਾ ਅਰਥ ਮਲ ਜੀ ਬਾਬਾ ਮੋਹਰੀ ਦੇ ਵੱਡੇ ਪੁੱਤਰ ਸਨ। ਤਿੰਨ ਭਰਾ ਸਨ ਬਾਬਾ ਮੋਹਰੀ ਦੇ ਜੋ ਪੁੱਤਰ ਸਨ। ਇੱਕ ਦਾ ਨਾਮ ਆਰ ਜੀਵਨ, ਇੱਕ ਦਾ ਨਾਮ ਬਾਬਾ ਆਨੰਦ।
ਜਿਨ੍ਹਾਂ ਦੇ ਨਾਮ ਤੇ ਆਨੰਦ ਸਾਹਿਬ ਦੀ ਬਾਣੀ ਸਾਹਿਬਾਂ ਉਚਾਰਨ ਕੀਤੀ। ਸੋ ਬਾਬਾ ਅਰਥਮਲ ਜੀ ਸਭ ਤੋਂ ਵੱਡੇ ਸਨ, ਉਹਨਾਂ ਤੋਂ ਛੋਟੇ ਬਾਬਾ ਆਨੰਦ ਜੀ, ਉਹਨਾਂ ਤੋਂ ਛੋਟੇ ਸਨ ਜਿਨ੍ਹਾਂ ਨੂੰ ਆਰ ਜੀਵਨ ਕਿਹਾ ਜਾਂਦਾ ਸੀ। 2 ਵਾਰੀ ਚੜ੍ਹਾਈ ਕਰ ਗਏ ਸਨ, ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਨੂੰ ਜੀਵਨ ਮਿਲਿਆ। ਸੋ ਇਹ 3 ਭਰਾ ਸਨ। ਗੁਰੂ ਅਮਰਦਾਸ ਜੀ ਦਾ ਇਹ ਪਰਿਵਾਰ, ਇਹ ਸਾਰੇ ਉਸ ਸਮੇਂ ਆ ਪਹੁੰਚੇ ਹਨ। ਸੱਤਾ ਅਰ ਬਲਵੰਡ ਬੁਲਾਏ, ਕਰੋ ਕੀਰਤਨ ਬਚ ਫੁਰਮਾਏ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ, ਪਹਿਲੇ ਰਾਗੀ ਰਬਾਬੀ ਕੀਰਤਨੀਏ ਭਾਈ ਸੱਤਾ ਭਾਈ ਬਲਵੰਡ ਜੀ ਸਾਹਿਬਾਂ ਨੇ ਬੁਲਾ ਲੈ, ਸੱਦ ਲੈ, ਬਚਨ ਕੀਤਾ ਸਾਹਿਬਾਂ ਨੇ ਰਾਗੀਆਂ ਨੂੰ, ਕੀਰਤਨੀਆਂ ਨੂੰ ਕਿ ਭਾਈ ਗੁਰੂ ਕੀ ਬਾਣੀ ਦਾ ਕੀਰਤਨ ਕਰੋ। ਭਈ ਭੀਰ ਧੁਨ ਉੱਠੀ ਸ਼ਬਦ ਕੀ, ਸੁਨ ਬੈਰਾਗ ਸਵਿਨ ਉਪਜਾਏ। ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਰਾਗੀਆਂ ਨੇ ਗੁਰੂ ਕੀ ਬਾਣੀ ਦਾ ਗਾਇਨ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਕਿ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਦੂਜੇ ਸਾਹਿਬਜ਼ਾਦੇ ਬਾਬਾ ਮਹਾਦੇਵ ਜੀ ਆਪਣਾ 5 ਭੂਤਿਕ ਸਰੀਰ ਤਿਆਗ ਕਰਕੇ ਗੁਰਪੁਰੀ ਨੂੰ ਜਾ ਰਹੇ ਹਨ, ਤਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਉਸ ਸਮੇਂ ਆ ਪਹੁੰਚੀਆਂ ਹਨ। ਭਾਈ ਸਾਹਿਬ ਕਹਿੰਦੇ ਭਈ ਭੀੜ ਹੋ ਗਈ, ਧੁਨ ਉੱਠੀ ਸ਼ਬਦ ਕੀ, ਗੁਰੂ ਕੀ ਬਾਣੀ ਦੇ ਸ਼ਬਦ ਦੀ ਧੁਨੀ ਉੱਠ ਰਹੀ ਹੈ, ਬਾਣੀ ਦਾ ਗਾਇਨ ਹੋ ਰਿਹਾ ਹੈ। ਸੁਨ ਬਰਾਗ ਸਭਨ ਬਜਾਏ, ਵਿਰਾਗ ਦੇ ਸ਼ਬਦ ਪੜ੍ਹੇ ਜਾ ਰਹੇ ਨੇ। ਜਿਸ ਬਾਣੀ ਨੂੰ ਸੁਣ ਕਰਕੇ ਸਾਰਿਆਂ ਦੇ ਹਿਰਦੇ ਵਿਰਾਗ ਦੇ ਨਾਲ ਭਰ ਰਹੇ ਹਨ। ਮਹਾਦੇਵ ਸਭ ਹਿਨ ਕੋ ਭਿਖ ਕੋ ਜੋਰ ਬੰਦਨਾ ਕੀਨ। ਬਾਬਾ ਮਹਾਦੇਵ ਜੀ ਨੇ ਸਾਰਿਆਂ ਵੱਲ ਆਖਰੀ ਨਿਗਾਹ ਦੇ ਨਾਲ ਆਖਰੀ ਨਿਗਾਹ ਪਾਉਂਦਿਆਂ ਹੋਇਆਂ ਵੇਖਿਆ ਔਰ ਆਪਣੇ ਹੱਥ ਜੋੜੇ। ਹੱਥ ਜੋੜ ਕਰਕੇ ਸਾਰੇ ਜਿੰਨੇ ਛੋਟੇ ਵੱਡੇ ਸਨ, ਭਾਈ ਸਾਹਿਬ ਕਹਿੰਦੇ ਸਾਰਿਆਂ ਨੂੰ ਆਪਣੀ ਤਰਫੋਂ ਬੰਦਨਾ ਕੀਤੀ, ਨਮਸਕਾਰ ਕੀਤੇ। ਛੇਮੋ ਸਰਬ ਹੀ ਜੇ ਮਮ ਅਵਗੁਣ, ਸਤ ਸੰਗਤ ਗੁਰ ਸਿੱਖ ਪਰਬੀਨ। ਤੇ ਬੇਨਤੀ ਕਰਨ ਲੱਗੇ ਲੰਮੇ ਪੈ ਹੀ ਕੀ ਬੇਨਤੀ ਕੀਤੀ? ਭਾਈ ਸਾਹਿਬ ਕਹਿੰਦੇ ਕਹਿਣ ਲੱਗੇ ਛਿਮੋ ਸਰਬ ਹੀ ਜੇ ਮਮ ਅਵਗੁਣ। ਗੁਰੂ ਕੇ ਸਿੱਖ ਪਿਆਰਿਓ, ਗੁਰੂ ਪਰਿਵਾਰ, ਜੋ ਮੇਰੇ ਅਵਗੁਣ ਗੁਨਾਹ ਦੋਸ਼ ਕਿਸੇ ਨੂੰ ਉੱਚਾ ਨੀਵਾਂ ਬੋਲਿਆ ਹੋਵੇ ਤੇ ਕਿਰਪਾ ਕਰਕੇ ਮੇਰੇ ਅਵਗੁਣਾ ਗੁਨਾਹਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਹੋਇਆਂ ਮੈਨੂੰ ਬਖਸ਼ ਲੈਣਾ, ਮੈਨੂੰ ਛਿਮਾ ਕਰੋ। ਸਤ ਸੰਗਤ ਗੁਰ ਸਿੱਖ ਪਰਬੀਨ। ਤੁਸੀਂ ਗੁਰੂ ਕੇ ਸਿਆਣੇ ਸਿੱਖ ਹੋ, ਦਾਨੇ ਸਿੱਖ, ਮੁਖੀ ਸਿੱਖ ਹੋ, ਇਸ ਵਾਸਤੇ ਤੁਸੀਂ ਬਖਸ਼ਣਹਾਰ ਹੋ। ਸਾਧ ਸੰਗਤ ਵਿੱਚ ਆਪ ਗੁਰੂ ਵਰਤਦਾ ਹੈ, ਗੁਰੂ ਸਾਹਿਬ ਜੀ ਆਪ ਹਾਜ਼ਰ ਹਨ। ਇਸ ਵਾਸਤੇ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਕੌੜਾ ਫਿੱਕਾ ਬੋਲਿਆ ਹੋਵੇ, ਕੋਈ ਗੁਨਾਹ ਦੋਸ਼ ਹੋਵੇ ਤੇ ਮੈਨੂੰ ਮੁਆਫ ਕਰ ਦਿਓ। ਜੇ ਹੋ ਸਕਲ ਬਾਰ ਮਨ ਲੈ ਥਿਰ ਔਰ ਪਰਮੇਸ਼ਰ ਮੈਂ ਹੋ ਵਸਲੀਨ। ਉਹਨਾਂ ਨੇ ਉਹ ਵਰ ਮੰਗਿਆ ਜਿਹੜਾ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵਾਰ-ਵਾਰ ਜ਼ਿਕਰ ਕੀਤਾ। ਦੇਹੋ ਸੱਜਣ ਅਸੀਸੜੀਆ, ਜੇ ਹੋਵੇ ਸਾਹਿਬ ਸਿਉ ਮੇਲ। ਗੁਰਸਿੱਖੋ ਪਿਆਰਿਓ, ਵਰ ਦੇਵੋ ਮੇਰਾ ਮਨ ਸਥਿਰਤਾ ਲੈ ਲੈ, ਮਨ ਲਹਿ ਥਿਰ ਔਰ ਪਰਮੇਸ਼ਰ, ਮੈਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਮੈਂ ਹੋਵਸ ਲੀਨ ਹੋ ਜਾਵਾਂ। ਅਕਾਲ ਪੁਰਖ ਵਾਹਿਗੁਰੂ ਵਿੱਚ ਆਤਮਾ ਸਦਾ ਵਾਸਤੇ ਅਭੇਦ ਹੋ ਜਾਏ, ਇਹੋ ਜਿਹਾ ਵਰ ਬਖਸ਼ੋ, ਕਿਰਪਾ ਕਰੋ। ਸੁਨ ਕਰ ਸਵਿਨ ਨਮੋ ਤਿਸ ਕੋ ਕਰ, ਅਛੁਰ ਭਰੇ ਦ੍ਰਿਗ ਤਨ ਤਜ ਚੀਨ। ਭਾਈ ਸਾਹਿਬ ਕਹਿੰਦੇ ਐਸੇ ਅੰਤਲੇ ਸਮੇਂ ਤੇ ਬਾਬਾ ਮਹਾਦੇਵ ਜੀ ਦੇ ਉਹ ਵਾਕ ਬਚਨ ਸੁਣ ਕੇ ਸਾਰੇ ਸਿੱਖਾਂ ਦੇ ਨੇਤਰ ਝੁਕ ਗਏ। ਬਾਅਦ ਸਤਿਕਾਰ ਵਿੱਚ ਆਈਆਂ ਹੋਈਆਂ ਸਿੱਖ ਸੰਗਤਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਸਾਹਿਬਜ਼ਾਦਾ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਨੇਤਰਾਂ ਵਿੱਚ ਜਲ ਭਰ ਆਇਆ। ਭਰੇ ਦ੍ਰਿਗ ਤਨ ਤਜ ਚੀਨ। ਸਾਰਿਆਂ ਦੇ ਮਨ ਵਿੱਚ ਇੱਕ ਹੌਕਾ ਜਿਹਾ ਵੱਜਾ ਕਿ ਸਤਿਗੁਰੂ ਪਾਤਸ਼ਾਹ ਦੇ ਭਰਾਤਾ ਜੀ ਗੁਰੂ ਰਾਮਦਾਸ ਪਾਤਸ਼ਾਹ ਦੇ ਸਪੁੱਤਰ 5 ਭੂਤਿਕ ਸਰੀਰ ਤਿਆਗ ਕਰਕੇ ਜਾ ਰਹੇ ਹਨ।
ਐਸਾ ਖਿਆਲ ਮਨ ਵਿੱਚ ਕਰਕੇ ਸਾਰਿਆਂ ਦੇ ਨੇਤਰ ਸੱਜਲ ਹੋ ਗਏ। ਪੌੜਿਓ ਪਾਏ ਬਦਨ ਪਰ ਅੰਬਰ, ਤਤ ਛਿਨ ਤਜ ਤਨ ਤਜ ਸਵਿਨ ਮਝਾਰ। ਭਾਈ ਸਾਹਿਬ ਕਹਿੰਦੇ ਬਸ ਅੰਤਲੇ ਬਚਨ ਕਹਿ ਕਰਕੇ ਗੁਰਸਿੱਖਾਂ ਨੂੰ ਨਮਸਕਾਰ ਕਰਦਿਆਂ ਹੋਇਆਂ ਬਾਬਾ ਮਹਾਦੇਵ ਜੀ ਪੌਡੇ ਨੇ ਲੰਮੇ ਪਏ ਨੇ ਤੇ ਬਦਨ ਪਰ ਅੰਬਰ ਹੁੰਦਾ ਕੱਪੜਾ, ਮੁਖੜੇ ਦੇ ਉੱਪਰ ਕੱਪੜਾ ਪਾ ਲਿਆ, ਬਸਤਰ ਲੈ ਲਿਆ। ਤਤ ਛਿਨ ਤਨ ਤਜ ਸਭਨ ਮਝਾਰ, ਸਾਰਿਆਂ ਦੇ ਵੇਖਦਿਆਂ ਹੀ ਤੁਰੰਤ ਛੇਤੀ ਨਾਲ ਪੰਜ ਭੂਤਿਕ ਸਰੀਰ ਨੂੰ ਤਿਆਗ ਗਏ। ਲੀਨ ਭਇਓ ਸ਼੍ਰੀ ਅਰਜਨ ਮਹਿਤਬ, ਲਹੀ ਏਕਤਾ ਗਤੀ ਉਦਾਰ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵਿੱਚ ਲੀਨ ਹੋ ਗਏ, ਗੁਰਪੁਰ ਦੇ ਵਾਸੀ ਬਣ ਗਏ। ਲਹੀ ਏਕਤਾ ਗਤੀ ਉਦਾਰ, ਏਕਤਾ ਲੈ ਲਈ, ਗੁਰੂ ਪਾਤਸ਼ਾਹ ਦੇ ਸਰੂਪ ਵਿੱਚ ਭੇਦ ਹੋ ਗਏ। ਉਹ ਗਤੀ ਪ੍ਰਾਪਤ ਕਰ ਲਈ ਜਿਹਨੂੰ ਉਦਾਰ ਗਤੀ ਕਿਹਾ, ਉੱਤਮ ਗਤੀ ਕਿਹਾ, ਸ੍ਰੇਸ਼ਟ ਗਤੀ ਕਿਹਾ ਹੈ। ਸੋ ਐਸੀ ਮਹਾਨ ਅਵਸਥਾ ਨੂੰ ਪਾ ਗਏ ਜੋ ਗੁਰੂ ਪਾਤਸ਼ਾਹ ਵਿੱਚ ਅਭੇਦਤਾ ਲੀਨਤਾ ਪ੍ਰਾਪਤ ਹੋ ਗਈ। ਧੰਨ ਧੰਨ ਮੁਖ ਕਰੇ ਉਚਾਰਨ, ਉਸਤਤ ਸੁਜਸ ਭਨਤ ਬਹੁ ਬਾਰ। ਸਾਰੇ ਸਿੱਖ ਸੰਗਤਾਂ ਜਿੰਨੇ ਇਕੱਠੇ ਹੋਏ ਸਨ ਸਾਰੇ ਧੰਨ ਹੋ ਮਹਾਂਪੁਰਖ ਹੋ, ਗੁਰੂ ਪੁੱਤਰ ਹੋ, ਗੁਰੂ ਭਰਾਤਾ ਹੋ, ਧੰਨ ਤੁਹਾਡੀ ਕਮਾਈ, ਗੁਰੂ ਪਾਤਸ਼ਾਹ ਤੋਂ ਨਿਵਾਜੇ ਗਏ ਹੋ। ਇਸ ਤਰ੍ਹਾਂ ਕਹਿ ਕੇ ਸਾਰੇ ਬੜਾ ਭਾਰੀ ਸ੍ਰੇਟ ਜਸ ਕਰਦੇ, ਵਡਿਆਈ ਕਰਦੇ ਹਨ। ਸਤਨਾਮ ਸਿਮਰੈ ਬੈਰਾਗੈ, ਇਹ ਜਗ ਸਗਰੋ ਦੀਸਤ ਸ਼ਾਰ। ਇਹੋ ਜਿਹਾ ਸਮਾਂ ਵੇਖ ਕਰਕੇ ਵਿਰਾਗ ਆਉਣਾ ਸੁਭਾਵਿਕ ਹੈ। ਸਾਰੇ ਗੁਰੂ ਕੇ ਸਿੱਖ ਸਤਨਾਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਹੋਏ ਬੜੇ ਵਿਰਾਗੇ ਵਿਰਾਗ ਵਿੱਚ ਹਨ ਤੇ ਕੀ ਸਮਝਦੇ ਕਹਿ ਰਹੇ ਨੇ, ਇਹ ਜਗ ਸਗਰੋ ਦੀਸਤ ਸ਼ਾਰ। ਆ ਜਿਹੜਾ ਸਾਰਾ ਸੰਸਾਰ ਦਿਸਦਾ ਨਾ, ਇਹ ਸਵਾ ਰੂਪ ਹੈ, ਇਹ ਖੇ ਰੂਪ ਹੋ ਜਾਣ ਵਾਲਾ ਹੈ, ਇੱਕ ਨਾ ਇੱਕ ਦਿਨ ਮਿੱਟੀ ਹੋ ਜਾਣ ਵਾਲਾ ਹੈ। ਇਹ ਸੰਸਾਰ ਦੀ ਪ੍ਰਫੁੱਲਤਾ, ਇਹ ਸੰਸਾਰ ਦੀ ਹਰਿਆਵਲਤਾ, ਇਹ ਸੰਸਾਰ ਦਾ ਖੇੜਾ ਇੱਕ ਨਾ ਇੱਕ ਦਿਨ ਪੱਤ ਝੜ ਵਿੱਚ ਬਦਲ ਜਾਵੇਗਾ। ਇੱਕ ਦਿਨ ਵਿਰਾਨਗੀ ਛਾ ਜਾਏਗੀ, ਜਿੱਥੇ ਹਰਿਆਵਲਤਾ ਉੱਥੇ ਖੇ ਉੱਡੇਗੀ। ਸੋ ਨਾਸ਼ਵਾਨ ਤਾਂ ਸਾਰਿਆਂ ਨੂੰ ਪ੍ਰਤੱਖ ਨਜ਼ਰ ਆਈ ਤੇ ਸਾਰੇ ਕਹਿੰਦੇ ਸੰਸਾਰ ਸਾਰਾ ਖੇ ਰੂਪ ਹੈ, ਮਿੱਟੀ ਹੋ ਜਾਣ ਵਾਲਾ ਹੈ। ਸੰਸਕਾਰਨ ਕੀ ਬਿਦ ਸਭ ਕੀਨਸ, ਜਲ ਬਾਪੀ ਤੇ ਤਾਹੀ ਇਸ਼ਨਾਨ। ਹੁਣ ਜਦੋਂ ਬਾਬਾ ਮਹਾਦੇਵ ਜੀ ਚੱਲ ਵਸੇ ਤਾਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਭਰਾਤਾ ਦਾ ਸੰਸਕਾਰ ਕਰਨ ਵਾਸਤੇ ਸਾਰੀ ਵਿਧੀ ਗੁਰਮਰਿਆਦਾ ਅਨੁਸਾਰ ਤਿਆਰ ਕੀਤੀ ਹੈ। ਜਲ ਬਾਪੀ ਤੇ ਤਾਹੇ ਇਸ਼ਨਾਨ, ਬੌੜੀ ਸਾਹਿਬ ਦੇ ਵਿੱਚੋਂ ਜਲ ਮੰਗਵਾਇਆ ਔਰ ਬਾਬਾ ਮਹਾਦੇਵ ਜੀ ਦੇ ਪਾਵਨ ਸਰੀਰ ਦਾ ਅੰਤਮ ਇਸ਼ਨਾਨ ਕਰਵਾ ਕੇ ਸੁੰਦਰ ਬਸਤਰ ਸਰਬ ਪਹਿਰਾਇਬ, ਬਹੁ ਧਨ ਤੇ ਬਨਵਾਏ ਬਿਬਾਨ। ਸੁੰਦਰ ਬਸਤਰ ਸਾਰੇ ਪਹਿਨਾਏ ਗਏ। ਗੁਰੂ ਘਰ ਦੀ ਮਰਿਆਦਾ ਹੈ ਕਿ ਜਦੋਂ ਕੋਈ ਸਿੱਖ ਚੜ੍ਹਾਈ ਕਰ ਜਾਵੇ ਉਸ ਦੇ ਮ੍ਰਿਤਕ ਸਰੀਰ ਨੂੰ ਕਫਨ ਵਿੱਚ ਨਹੀਂ ਲਪੇਟਣਾ। ਰਹਿਤ ਮਰਿਆਦਾ ਵਿੱਚ ਬਕਾਇਦਾ ਗੱਲ ਲਿਖੀ ਗਈ ਹੈ ਕਿ ਜਿਹੋ ਜਿਹਾ ਵਿਅਕਤੀ ਜਿਉਂਦੇ ਜੇ ਕੱਪੜੇ ਪਹਿਨਦਾ ਸੀ, ਬਸਤਰ ਪਹਿਨਦਾ ਸੀ, ਕੁੜਤਾ ਪਜਾਮਾ ਪਾਉਂਦਾ ਸੀ ਜਾਂ ਚੋਲਾ ਕਸ਼ਹਿਰਾ ਪਹਿਨਦਾ ਸੀ ਜਾਂ ਜਿਹੋ ਜਿਹੇ ਬਸਤਰ ਜਿਉਂਦਾ ਪਾਉਂਦਾ ਸੀ, ਚੜ੍ਹਾਈ ਕਰ ਜਾਣ ਤੋਂ ਬਾਅਦ ਉਹੋ ਜਿਹੇ ਬਸਤਰ ਹੀ ਉਸ ਦੇ ਸਰੀਰ ਦੇ ਉੱਪਰ ਪਹਿਨਾਏ ਜਾਣ। ਅਣਸੀਤੇ ਬਸਤਰ ਨਾ ਪਹਿਨਾਏ ਜਾਣ, ਕਫਨ ਦੇ ਵਿੱਚ ਨਾ ਲਪੇਟਿਆ ਜਾਏ, ਪੂਰੇ ਬਸਤਰ ਜਿਹੜੇ ਉਸ ਦੇ ਸਰੀਰ ਉੱਪਰ ਪਹਿਨੇ ਜਾਣ। ਇਹ ਗੁਰੂ ਘਰ ਦੀ ਮਰਿਆਦਾ ਹੈ। ਕਫਨ ਵਿੱਚ ਨਹੀਂ ਲਪੇਟਣਾ ਤੇ ਨਾ ਹੀ ਅਣਸੀਤੇ ਬਸਤਰ ਮ੍ਰਿਤਕ ਸਰੀਰ ਉੱਪਰ ਪਹਿਨਣੇ ਹਨ। ਪੂਰੇ ਸੀਤੇ ਤੇ ਪੂਰੇ ਬਸਤਰ ਸਰੀਰ ਉੱਪਰ ਪਾਉਣੇ ਹਨ। ਖੱਬੇ ਸੱਜੇ ਪਾੜ ਕੇ ਟਾਕੀਆਂ ਨਹੀਂ ਬੰਨਣੀਆਂ। ਸੋ ਜਿਹੋ ਜਿਹੇ ਜਿਉਂਦੇ ਜੀ ਬਸਤਰ ਪਹਿਨਦਾ ਸੀ ਉਸੇ ਤਰ੍ਹਾਂ ਦੇ ਸੋਹਣੇ ਸਵਾਛ ਵਧੀਆ ਬਸਤਰ ਮ੍ਰਿਤਕ ਸਰੀਰ ਉੱਪਰ ਯਥਾ ਸ਼ਕਤੀ ਸਮਰੱਥਾ ਅਨੁਸਾਰ ਪਹਿਨਾਉਣੇ ਚਾਹੀਦੇ ਹਨ। ਸੋ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕੀਤਾ। ਸੁੰਦਰ ਬਸਤਰ ਸਰਬ ਪਹਿਰਾਏ, ਸਾਰੇ ਬਸਤਰ ਬੜੇ ਸੁੰਦਰ। ਇੱਥੇ ਹੁਣ ਕਫਨ ਬਾਰੇ ਨਹੀਂ ਲਿਖਿਆ ਕਿ ਕਫਨ ਤਿਆਰ ਕੀਤਾ ਗਿਆ,
सारे वस्त्र सोहने पहनाए गए, धन ते बनवाए विबान। बहुत सारा धन माया पैसे ला करके विबान तैयार किया गया, अर्थी तैयार करके सजाई गए। चौं दिश मह सुमनस लरकाइस, पाए दुशाला मोल महान। उस विबान दे नाल चौवां दिशावां ते चौवां पासियां ते सुमनस लरकाए। सुमनस हुंदे, सुमन कहंदे फुल्लां नूं, फुल्लां दीयां माला बना करके उस विबान दे नाल लटकाईयां गईयां। गुरु अर्जन देव पातशाह ने अपने वल्लों, गुरु साहब दे वल्लों साहिबां ने बहुते मुੱਲ वाला दुशाला पाया। ਹੁਣ ਕੋਈ ਇੱਥੇ ਵੀ ਕਿੰਤੂ ਪਰੰਤੂ ਕਰ ਸਕਦਾ? ਮੁਰਦੇ ਨੂੰ ਕੀ ਹੈ, ਸਸਤਾ ਕੱਪੜਾ ਵੀ ਪਾਇਆ ਹੀ ਜਾ ਸਕਦਾ ਸੀ। ਨੇ ਜਿਨ੍ਹਾਂ ਦਾ ਪ੍ਰੇਮ ਪਿਆਰ ਹੋਵੇ, ਕੱਪੜੇ ਉਸ ਨਾਲੋਂ ਮਹਿੰਗੇ ਨਹੀਂ ਹੁੰਦੇ। ਜਿੱਥੇ ਪਿਆਰ ਤੇ ਸਨੇਹ ਹੋਵੇ ਉੱਥੇ ਸਾਰਾ ਕੁਛ ਹੀ ਕੁਰਬਾਨ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਵਿੱਚ ਇਹ ਰਿਵਾਜ ਸੀ ਕਿ ਕੋਈ ਪੁਰਾਣੀ ਚੜ੍ਹਾਈ ਕਰ ਜਾਏ, ਖਾਸ ਕਰਕੇ ਬਜ਼ੁਰਗ ਜਿਹਨੇ ਰਿਸ਼ਤੇਦਾਰ ਸੱਜਣ ਆਉਂਦੇ ਸਨ, ਕੋਈ ਲੋਈ ਲੈ ਆਉਣੀ, ਕਿਸੇ ਨੇ ਕੋਈ ਕੰਬਲ ਲੈ ਆਉਣਾ, ਕਿਸੇ ਨੇ ਖੇਸ ਲੈ ਆਉਣਾ। ਭਾਵੇਂ ਕਿ ਮ੍ਰਿਤਕ ਸਰੀਰ ਨੂੰ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ, ਪਰ ਕਿਸੇ ਨਾ ਕਿਸੇ ਦੇ ਕੰਮ ਆ ਜਾਂਦੇ ਹਨ। ਉਹ ਆਪਣੇ ਵੱਲੋਂ ਹਰੇਕ ਦੀ ਸ਼ਰਧਾ ਹੁੰਦੀ, ਭਾਵਨਾ ਹੁੰਦੀ ਹੈ। ਸੋ ਅੱਜ ਵੀ ਸੰਤਾਂ ਮਹਾਂਪੁਰਖਾਂ ਦੇ ਸਰੀਰ ਉੱਪਰ ਦਸ਼ਾਲੇ ਪਹਿਨਾਏ ਜਾਂਦੇ ਹਨ। ਇਹ ਉਹਨਾਂ ਵਾਸਤੇ ਇੱਕ ਸਤਿਕਾਰ ਹੁੰਦਾ, ਇੱਕ ਅਦਬ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਭਰਾਤਾ ਦੇ ਸਰੀਰ ਉੱਪਰ ਬਹੁਤ ਮੁੱਲ ਵਾਲਾ ਮਹਿੰਗਾ ਦੁਸ਼ਾਲਾ ਜਿਹੜਾ ਸੀ ਉਹ ਪਾਇਆ। ਗਨ ਚੰਦਨ ਅਰ ਸੰਚੈ ਕਾਸ਼, ਤੀਰ ਬਿਪਾਸਾ ਡਾਰੇ ਆਨ। ਸਿੱਖਾਂ ਨੂੰ ਕਹਿ ਕਰਕੇ ਸਾਹਿਬਾਂ ਨੇ ਬਹੁਤ ਸਾਰਾ ਚੰਦਨ ਮੰਗਵਾਇਆ, ਬਹੁਤ ਸਾਰੀ ਲੱਕੜ ਮੰਗਵਾਈ। ਕਾਸ਼ਟ ਹੁੰਦੀ ਲੱਕੜ ਇਕੱਠੀ ਕਰਕੇ ਇਹਦੇ ਬਚਨ ਕੀਤਾ ਕਿ ਬਿਆਸਾ ਦਰਿਆ ਦੇ ਉੱਪਰ ਇਹ ਸਾਰੀਆਂ ਲੱਕੜਾਂ ਜਾ ਕਰਕੇ ਸੁੱਟਣਾ ਕਰੋ। ਸ਼੍ਰੀ ਅਰਜਨ ਅਰ ਸੰਗ ਮੋਹਰੀ, ਬ੍ਰਿਧ ਗੁਰਦਾਸ ਆਦ ਸਮੁਦਾਇ। ਸੋ ਸੰਸਕਾਰ ਕਰਨ ਦੀ ਸਾਰੀ ਤਿਆਰੀ ਹੋ ਗਈ। ਬਿਆਸਾ ਦਰਿਆ ਦੇ ਕੰਢੇ ਤੇ ਚਿਖਾ ਤਿਆਰ ਕਰਨ ਵਾਸਤੇ ਲਿਆ ਕੇ ਪਾਸਾ ਡਾਰੇ ਆਨ ਲਿਆ ਕਰਕੇ ਲੱਕੜਾਂ ਉੱਥੇ ਡਾਰੇ ਹੁੰਦੀਆਂ ਸੁੱਟ ਦੇਣੀਆਂ, ਭਾਵ ਹੈ ਰੱਖੀਆਂ। ਲਿਆ ਕਰਕੇ ਉਹ ਲੱਕੜਾਂ ਰੱਖੀਆਂ, ਜੇ ਚਿਖਾ ਨਹੀਂ ਬਣਾਈ। ਸੋ ਚਿਖਾ ਸਤਿਗੁਰੂ ਪਾਤਸ਼ਾਹ ਦੇ ਆਉਣ ਤੋਂ ਤਿਆਰ ਹੋਣੀ ਹੈ। ਸ਼੍ਰੀ ਅਰਜਨ ਅਰ ਸੰਗ ਮੋਹਰੀ, ਪੰਚਮ ਪਾਤਸ਼ਾਹ ਮਹਾਰਾਜ ਸਾਹਿਬਾਂ ਦੇ ਮਾਮਾ ਬਾਬਾ ਮੋਹਰੀ ਜੀ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਇਤਿਹਾਦਕ ਜਿਹੜੇ ਸਾਰੇ ਮਹਾਂਪੁਰਖ ਸਨ। ਕੰਧ ਉਠਾਏ ਚੱਲੇ ਪੁਰ ਬਾਹਿਰ, ਧੁਨ ਸੰਖਨ ਕੀ ਅਧਿਕ ਬਜਾਏ। ਬਾਬਾ ਮਹਾਦੇਵ ਜੀ ਦਾ ਬਬਾਨ ਜਿਹੜਾ ਸੀ ਨਾ, ਭਾਈ ਸਾਹਿਬ ਕਹਿੰਦੇ ਪੰਚਮ ਗੁਰਦੇਵ ਨੇ ਔਰ ਸਾਹਿਬਾਂ ਦੇ ਮਾਮਾ ਬਾਬਾ ਮੋਹਰੀ ਨੇ ਅਗਲੇ ਪਾਸੋਂ ਚੁੱਕਿਆ। ਪਿਛਲੇ ਪਾਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਉਹ ਬਬਾਨ ਜਿਹੜਾ ਸੀ ਨਾ ਆਪਣੇ ਕੰਧਿਆਂ ਤੇ ਮੋਢਿਆਂ ਤੇ ਉਠਾ ਲਿਆ। ਸੰਖਾਂ ਦੀ ਵਾਜਿਆਂ ਦੀ ਆਵਾਜ਼ ਹੋਈ। ਗੁਰੂ ਕੀ ਬਾਣੀ ਦਾ ਜਾਪ ਕਰਦੇ ਹੋਏ ਨਗਰ ਤੋਂ ਬਾਹਰ ਬਿਆਸਾ ਦਰਿਆ ਦੇ ਕੰਢੇ ਵਾਲੇ ਪਾਸੇ ਨੂੰ ਚੱਲ ਪਏ। ਚਮਰ ਟੁਰਾਵਤ ਜਾਤ ਬ੍ਰਿੰਦ ਨਰ, ਤੀਰ ਬਿਪਾਸਾ ਸੁੰਦਰ ਥਾਈ। ਬਹੁਤ ਸਾਰੇ ਪ੍ਰੇਮੀ ਜਿਹੜੇ ਨੇ ਚੌਰ ਢਲਾਉਂਦੇ ਜਾ ਰਹੇ ਹਨ, ਫੁੱਲਾਂ ਦੀ ਵਰਖਾ ਕਰਦੇ ਹਨ। ਬੇਅੰਤ ਸਿੱਖ ਸੰਗਤਾਂ ਦੀ ਭੀੜ ਹੈ। ਤੀਰ ਬਿਪਾਸਾ ਸੁੰਦਰ ਥਾਂ, ਬਿਆਸਾ ਦਰਿਆ ਦੇ ਕੰਢੇ ਤੇ ਸੋਹਣੀ ਜੀ ਥਾਂ ਵੇਖ ਕੇ। ਜਿਨ ਕਰ ਚਿਤਾ ਸੁਚੰਦਨ ਗਨ ਤੇ, ਉਪਰ ਦੇਹ ਧਰਿਓ ਉਚਵਾਈ। ਬਿਆਸਾ ਦਰਿਆ ਦੇ ਕੰਢੇ ਤੇ ਭਾਈ ਸਾਹਿਬ ਕਹਿੰਦੇ ਚੰਦਨ ਦੀ ਚਿਖਾ ਚਿਣੀ ਗਈ। ਬੜੇ ਸੋਹਣੇ ਤਰੀਕੇ ਨਾਲ ਚਿਖਾ ਨੂੰ ਚਿਣ ਕਰਕੇ, ਚਿਖਾ ਨੂੰ ਸਵਾਰ ਕੇ ਬਾਬਾ ਮਹਾਦੇਵ ਜੀ ਦਾ ਪੰਜ ਭੂਤਕ ਸਰੀਰ ਉਸ ਚਿਖਾ ਦੇ ਉੱਪਰ ਧਰ ਦਿੱਤਾ। ਸ਼੍ਰੀ ਅਰਜਨ ਕਰ ਲੀਨ ਅਗਨ ਤਬ, ਨਰ ਅਨੁਸਾਰ ਰੁਦਨ ਕੋ ਠਾਨ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੱਥ ਵਿੱਚ ਚੰਡਾ ਲਿਆ, ਜਿਹਨੂੰ ਕਈਆਂ ਇਲਾਕੇ 'ਚ ਚੌ ਬੋਲਦੇ, ਕਈਆਂ 'ਚ ਲਾਂਬੂ ਲਾਉਣਾ ਕਹਿੰਦੇ ਹਨ। ਸੋ ਇਉਂ ਜਾਪਦਾ ਹੈ ਕਿ ਬਾਬਾ ਮਹਾਦੇਵ ਜੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਭਾਈ ਸਾਹਿਬ ਨੇ ਕਿ ਉਹ ਵਿਆਹੇ ਸਨ, ਉਹਨਾਂ ਦੀ ਸੰਤਾਨ ਸੀ। ਐਸਾ ਹੁੰਦਾ ਤੇ ਨਹੀਂ ਤਾਂ ਵੱਡਾ ਪੁੱਤਰ ਜਿਹੜਾ ਹੈ ਉਹ ਇਹ ਰਸਮ ਅਦਾ ਕਰਦਾ ਹੈ।
ਪਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਹੱਥ ਵਿੱਚ ਉਹ ਲਾਂਬੂ ਚੰਡਾ ਲੈ ਕਰਕੇ ਆਪਣੇ ਭਰਾਤਾ ਬਾਬਾ ਮਹਾਦੇਵ ਜੀ ਦੀ ਚਿਖਾ ਨੂੰ ਅਗਨ ਭੇਟ ਕਰਨ ਵਾਸਤੇ ਵਿਰਾਗ ਉਸ ਸਮੇਂ ਛਾਇਆ ਹੈ ਸਾਰਿਆਂ ਦੇ ਹਿਰਦਿਆਂ ਦੇ ਵਿੱਚ। ਸਾਰੇ ਨਰ ਜਿੰਨੇ ਵੀ ਗੁਰੂ ਕੇ ਸਿੱਖ ਨੇ ਸਾਰਿਆਂ ਦੇ ਨੇਤਰ ਸੱਜਲ ਹਨ ਔਰ ਸਾਰਿਆਂ ਦੇ ਹਿਰਦੇ ਵਿਰਾਗ ਦੇ ਨਾਲ ਭਰੇ ਹੋਏ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਹ ਚੰਡਾ ਲੈ ਕਰਕੇ ਕੀਨ ਲਗਾਵਨ ਊਚੇ ਰੋਦਤ ਦੇਖ ਸਭ ਹੀ ਕੇ ਅਛਰ ਚਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਭਰਾਤਾ ਜੀ ਦੀ ਚਿਖਾ ਨੂੰ ਚੰਡਾ ਲੈ ਕਰਕੇ ਅਗਨ ਭੇਟ ਕਰਨ ਵਾਸਤੇ ਲਾਂਬੂ ਲਾਇਆ। ਅੰਤਮ ਸੰਸਕਾਰ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਬਲਦਾ ਹੋਇਆ ਚਾਓ ਉਹ ਲਾਂਬੂ ਚੰਡਾ ਲੈ ਕੇ ਆਸੇ ਪਾਸੇ ਚਿਖਾ ਦੇ ਫੇਰੇ। ਸਾਰੇ ਪਾਸੇ ਸਤਿਗੁਰੂ ਪਾਤਸ਼ਾਹ ਜੀ ਨੇ ਚਿਖਾ ਨੂੰ ਅਗਨੀ ਵਿਖਾਈ ਹੈ। ਉਸ ਸਮੇਂ ਭਾਈ ਸਾਹਿਬ ਕਹਿੰਦੇ ਜਿਹੜੇ ਪਿਆਰ ਵਾਲੇ ਸਨ ਉਹਨਾਂ ਦੇ ਹਿਰਦੇ ਵਿਰਾਗ ਨਾਲ ਭਰੇ ਹੋਏ ਸਨ, ਨੇਤਰਾਂ ਵਿੱਚੋਂ ਆਂਸੂ ਵਹਿ ਰਹੇ ਸਨ ਤੇ ਕਈ ਤਾਂ ਉੱਚੀ ਆਵਾਜ਼ ਦੇ ਵਿੱਚ ਵੀ ਰੋਣ ਲੱਗ ਪਏ, ਕਿਉਂਕਿ ਵਿਰਾਗ ਦਾ ਸਮਾਂ ਮਾਹੌਲ ਹੀ ਇਹੋ ਜਿਹਾ ਹੁੰਦਾ ਹੈ। ਸੋ ਇਸ ਵਾਸਤੇ ਬਹੁਤ ਸਾਰੇ ਜਿਹੜੇ ਪ੍ਰੇਮੀ ਭਾਵਨਾ ਵਾਲੇ ਸਨ ਉਹਨਾਂ ਦੇ ਹਿਰਦੇ ਪਿਆਰ ਦੇ ਨਾਲ ਛਲਕਦੇ ਹੋਏ ਨੇਤਰਾਂ ਦੇ ਰਾਹੀਂ ਹੰਝੂ ਵਹਿ ਤੁਰੇ। ਬਿਰਧ ਨੇ ਸਭ ਸਮਝਾਏ ਕਹਿ ਕਹਿ ਕਰੋ ਨ ਸ਼ੋਕ ਇਹੀ ਮਗ ਜਾਨ। ਜਦੋਂ ਬਹੁਤ ਸਾਰੇ ਸਿੱਖ ਵਿਰਾਗ ਕਰਦੇ ਸਨ, ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਨੇ ਕਹਿ ਕਰਕੇ ਸਾਰਿਆਂ ਨੂੰ ਸਮਝਾਇਆ, ਸਿੱਖੋ ਵਿਰਾਗ ਨਾ ਕਰੋ, ਰੋਵੋ ਨਾ, ਕਰੋ ਨਾ ਸ਼ੋਕ ਹੀ ਮਗ ਜਾਨ। ਅਸੀਂ ਸਾਰਿਆਂ ਇਸੇ ਰਾਹ ਜਾਣਾ ਹੈ। ਕਿਹੜਾ ਹੈ ਜਿਹੜਾ ਇਸ ਰਾਹ 'ਤੇ ਨਹੀਂ ਜਾਂਦਾ? ਸਾਰੇ ਹੀ ਇੱਕ ਦਿਨ ਇਸ ਸੰਸਾਰ ਤੋਂ ਪਰਲੋਕ ਨੂੰ ਗਮਨ ਕਰ ਜਾਂਦੇ ਹਨ। ਗੁਰੂ ਕੀ ਬਾਣੀ ਕਹਿੰਦੀ ਹੈ, ਸੰਤ ਮੁਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਖਤ ਬਾਪਰੇ ਜੋ ਹਾਟੇ ਹਾਟ ਵਿਕਾਏ। ਜਿਹੜੇ ਹੱਡੀਆਂ 'ਤੇ ਵਿਕਦੇ ਫਿਰੇ ਉਹਨਾਂ ਨੂੰ ਰੋਵੋ, ਜਿਹੜੇ ਜੀਵਨ ਖਰਾਬ ਕਰ ਗਏ, ਜਿਹੜੇ ਰੱਬ ਦੇ ਪਿਆਰੇ ਜੀਵਨ ਦੀ ਬਾਜੀ ਜਿੱਤ ਗਏ, ਜੀਵਨ ਨੂੰ ਸਵਾਰ ਕਰਕੇ ਗਏ, ਉਹਨਾਂ ਵਾਸਤੇ ਤਾਂ ਲੋਕ ਪਰਲੋਕ ਦੇ ਵਿੱਚ ਵਾਜੇ ਵੱਜਦੇ ਹਨ। ਮਾਣ ਤੇ ਸਨਮਾਨ ਹੁੰਦਾ ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੀ ਮਾਨਸ ਕਿਆ ਵਿਚਾਰਾ ਤੇ ਉਹ ਲੋਕ ਸੁਨਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਉਹ ਤਾਂ ਕੁਲਾਂ ਤਾਰ ਜਾਂਦਾ ਹੈ। ਇਸ ਵਾਸਤੇ ਵਿਰਾਗ ਨਾ ਕਰੋ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸਿੱਖੋ ਸਾਰਿਆਂ ਵਾਸਤੇ ਇਹੋ ਰਾਹ ਹੈ, ਅਖੀਰ ਸਾਰੇ ਇਸੇ ਰਾਹ ਜਾਂਦੇ ਨੇ। ਇਸ ਵਾਸਤੇ ਕਾਹਦਾ ਰੋਣਾ, ਕਿਉਂ ਵਿਰਾਗ ਕਰਦੇ ਹੋ? ਮਿਥਿਆ ਤਨ ਹੈ ਬਿਨ ਸੰਹਾਰੀ, ਮੇਲ ਬਨਿਓ ਜਲ ਨਾਉ ਸਮਾਨ। ਇਹ ਸਰੀਰ ਸਾਰੇ ਮਿਥਿਆ ਝੂਠੇ ਹਨ, ਦਿਸਦੇ ਭਾਵੇਂ ਸੱਚ ਨੇ। ਸਰੀਰ ਸਾਰੇ ਮਿਥਿਆ ਝੂਠੇ ਨਾਸ਼ਵੰਤ ਨੇ, ਬਿਨ ਸੰਹਾਰੇ। ਇਹ ਬਿਨ ਸੰਹਾਰ ਨੇ, ਖਤਮ ਹੋ ਜਾਣ ਵਾਲੇ, ਮਰ ਮੁੱਕ ਜਾਣ ਵਾਲੇ ਨੇ। ਸਰੀਰ ਸਦਾ ਕਾਇਮ ਨਹੀਂ ਰਹਿੰਦੇ। ਇਹਨਾਂ ਦਾ ਮਿਲਾਪ ਇਸ ਤਰ੍ਹਾਂ ਹੈ, ਮੇਲ ਬਣਿਓ ਜਲ ਨਾਉ ਸਮਾਨ। ਜਿਵੇਂ ਪਾਣੀ ਦਾ ਤੇ ਬੇੜੀ ਦਾ ਮਿਲਾਪ ਹੁੰਦਾ, ਨੌਕਾ ਦਾ ਤੇ ਪਾਣੀ ਦਾ ਮਿਲਾਪ ਹੁੰਦਾ ਹੈ, ਇਸੇ ਤਰ੍ਹਾਂ ਹੀ ਇਹਨਾਂ ਜੀਵਾਂ ਦਾ ਸੰਸਾਰ ਵਿੱਚ ਮਿਲਾਪ ਹੈ। ਸੋ ਇਸ ਵਾਸਤੇ ਕਾਹਦੇ ਲਈ ਵਿਰਾਗ ਕਰਨਾ? ਸਰੀਰ ਤਾਂ ਬਿਨ ਸੰਹਾਰ ਨਾਸ਼ਵੰਤ ਹਨ। ਜਥਾ ਪ੍ਰਵਾਹ ਨਦੀ ਕੋ ਚੱਲ ਹੈ, ਤ੍ਰਿਣ ਮਿਲ ਜਾਹੇ ਵਿਛੁਰਤੇ ਫੇਰ। ਜਿਵੇਂ ਨਦੀ ਦਾ ਪ੍ਰਵਾਹ ਚੱਲਦਾ, ਪਾਣੀ ਵਹਿੰਦਾ ਰਹਿੰਦਾ, ਉਹਦੇ 'ਚ ਘਾਹ ਕੱਖ ਕੰਡੇ ਮਿਲ ਜਾਂਦੇ, ਫਿਰ ਵਿਛੜ ਜਾਂਦੇ। ਥੋੜ੍ਹੀ ਜਿਹੀ ਛੱਲ ਖੱਬੇ ਸੱਜੇ ਵੱਜੀ ਤੇ ਘਾਹ ਦੇ ਤਿਨਕੇ ਕੋਈ ਕਿਤੇ ਆਸੇ ਪਾਸੇ ਕਿਨਾਰੇ ਲੱਗ ਜਾਂਦਾ, ਕੋਈ ਕਿਤੇ, ਪਰ ਫਿਰ ਵਿਛੜ ਕੇ ਮਿਲ ਜਾਂਦੇ। ਇਸ ਤਰ੍ਹਾਂ ਇਹ ਜਿਹੜੇ ਸਰੀਰ ਹਨ, ਇਹਨਾਂ ਦਾ ਵੀ ਪ੍ਰਵਾਹ ਇਸੇ ਤਰ੍ਹਾਂ ਸੰਸਾਰ ਵਿੱਚ ਚੱਲਦਾ ਰਹਿੰਦਾ ਹੈ। ਤਥਾ ਸੰਬੰਧ ਸ਼ਰੀਰਨ ਸਭ ਕੋ ਗਿਆਨੀ ਜਾਣੈ ਜਗ ਇਮਹੀਰ। ਇਵੇਂ ਹੀ ਬਾਬਾ ਬੁੱਢਾ ਸਾਹਿਬ ਮਹਾਂਪੁਰਖ ਕਹਿਣ ਲੱਗੇ, ਸਿੱਖੋ ਇਹ ਸਰੀਰਾਂ ਦਾ ਸੰਬੰਧ ਹੈ। ਜਿਹੜੇ ਗਿਆਨੀ ਹੁੰਦੇ, ਗਿਆਨਵਾਨ, ਜਾਣੇ ਜਾਗੇ ਮਹੇਰ, ਉਹ ਸੰਸਾਰ ਨੂੰ ਇਸ ਤਰ੍ਹਾਂ ਹੇਰ ਵੇਖ ਕਰਕੇ ਜਾਣ ਲੈਂਦੇ ਹਨ ਕਿ ਸਰੀਰਾਂ ਦਾ ਸੰਬੰਧ ਹੈ। ਇਹ ਸਰੀਰ ਸਦਾ ਸਥਿਰ ਨਹੀਂ ਰਹਿੰਦੇ।
ਪੰਥ ਦਾ ਵਾਲੀ ਕਲਗੀਧਰ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜੋਤੀ ਜੋ ਸਮਾਉਣ ਲੱਗੇ ਤਾਂ ਸਾਹਿਬਾਂ ਨੇ ਕੀ ਤੱਕਿਆ, ਸਤਿਗੁਰ ਹੇਰ ਖਾਲਸੇ ਓਰੀ ਜਿਨੋਂ ਦ੍ਰਿਗਨ ਤੇ ਆਸੋਂ ਛੋਰੀ। ਖਾਲਸੇ ਵੱਲ ਸਾਹਿਬਾਂ ਨੇ ਨਿਗਾਹ ਭਰ ਕੇ ਤੱਕਿਆ। ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ, ਜਿਨ੍ਹਾਂ ਦੇ ਨੇਤਰਾਂ ਵਿੱਚ ਉਹ ਹੰਝੂ ਵਹਿ ਰਹੇ ਸਨ। ਮਮ ਸਰੂਪ ਕੇ ਪ੍ਰੇਮੀ ਮਹਾ ਸਰਬ ਤਿਆਗੇ ਪਹੁੰਚੇ ਇਹਾਂ। ਇਹ ਸਾਡੇ ਸਰੂਪ ਦੇ ਬੜੇ ਪ੍ਰੇਮੀ ਪਿਆਰ ਵਾਲੇ ਨੇ, ਆਪਣੇ ਘਰ ਪਰਿਵਾਰ ਛੱਡ ਕੇ ਏਡੀ ਦੂਰ ਦੱਖਣ ਦੇਸ਼ ਸਾਡੇ ਨਾਲ ਪਹੁੰਚੇ ਨੇ। ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਂ ਨੂੰ ਹੌਸਲਾ ਦਿੱਤਾ। ਤਬ ਸਾਦਰ ਸਭ ਨਿਗਟ ਬਿਠਾਏ, ਬੜੇ ਸਤਿਕਾਰ ਨਾਲ ਕੋਲ ਬੁਲਾ ਕੇ ਤੇ ਸਾਹਿਬਾਂ ਨੇ ਕਿਹਾ ਸੀ, ਕਹਿਓ ਸ਼ੋਕ ਨਹਿ ਕਰਿਓ ਪਿਆਰੇ, ਮੇਰੇ ਪਿਆਰੇ ਗੁਰਸਿੱਖੋ ਸ਼ੋਕ ਨਾ ਕਰੋ, ਰੋਵੋ ਧੋਵੋ ਨਾ। ਸਰੀਰਾਂ ਦਾ ਸੰਬੰਧ ਇਸੇ ਤਰ੍ਹਾਂ ਹੈ। ਸਾਹਿਬਾਂ ਨੇ ਪ੍ਰਮਾਣ ਤੇ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ ਸੀ ਕਿ ਜਿਵੇਂ ਨਦੀ ਦੇ ਕਿਨਾਰੇ ਦਰਖਤ ਖਲੋਤਾ ਹੋਵੇ, ਕਾਲ ਦੀ ਲਹਿਰ ਆਉਂਦੀ ਹੈ, ਪਾਣੀ ਦੀ ਲਹਿਰ ਆ ਕੇ ਜਿਵੇਂ ਉਸ ਦਰਖਤ ਨੂੰ ਸੁੱਟ ਲੈਂਦੀ ਹੈ, ਇਸੇ ਤਰ੍ਹਾਂ ਹੀ ਸਰੀਰਾਂ ਦਾ ਸੰਬੰਧ ਹੈ। ਅਖੀਰ ਇੱਕ ਨਾ ਇੱਕ ਦਿਨ ਸਰੀਰ ਸੰਸਾਰ ਤੋਂ ਤੁਰ ਜਾਂਦੇ ਹਨ। ਪਿਛਲੇ ਸੰਜੋਗਾਂ ਕਰਕੇ ਸਰੀਰਾਂ ਦਾ ਮਿਲਾਪ ਹੁੰਦਾ ਹੈ। ਸਮਾਂ ਸਮਾਪਤ ਹੋ ਕਰਕੇ ਸਰੀਰ ਸਾਰੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਸਰੀਰ ਸਦੀਵੀ ਨਹੀਂ ਹਨ। ਇਸ ਵਾਸਤੇ ਸਿੰਘੋ ਵਿਰਾਗ ਨਾ ਕਰੋ, ਸ਼ੋਕ ਨਾ ਕਰੋ। ਨਿਸ਼ਚਾ ਸ਼ਬਦ ਰਿਦਾ ਹੈ ਮੇਰੋ, ਤੇਸੋਂ ਮਿਲੀਏ ਸਾਂਝ ਸਵੇਰੋ। ਮੇਰਾ ਸ਼ਬਦ ਹਿਰਦਾ ਹੈ, ਇਸ ਸ਼ਬਦ ਨਾਲ ਰਾਤ ਦਿਨ ਮਿਲੇ ਰਹੋ। ਤੁਸੀਂ ਕਦੀ ਕਦੀ ਕਿਸੇ ਥਾਂ ਤੇ ਦੁਖੀ ਨਹੀਂ ਹੋਵੋਗੇ। ਬਾਬਾ ਬੁੱਢਾ ਸਾਹਿਬ ਜੀ ਜੋ ਗੁਰਮਤ ਦਾ ਸਿਧਾਂਤ ਸਿੱਖਾਂ ਨੂੰ ਸਮਝਾਉਣ ਲੱਗੇ ਕਿ ਗੁਰਸਿੱਖ ਪਿਆਰਿਓ, ਇਹੀ ਰਸਤਾ, ਇਸੇ ਰਸਤੇ ਸਾਰਿਆਂ ਜਾਣਾ। ਸਰੀਰ ਬਿਨਸਨਹਾਰ ਨੇ। ਸਰੀਰਾਂ ਦਾ ਸੰਬੰਧ ਜਿਵੇਂ ਪਾਣੀ ਦਾ ਤੇ ਬੇੜੀ ਦਾ ਹੁੰਦਾ, ਸਰੀਰਾਂ ਦਾ ਸੰਬੰਧ ਜਿਵੇਂ ਘਾਹ ਦੇ ਤਿਨਕਿਆਂ ਦਾ ਤੇ ਪਾਣੀ ਵਿੱਚ ਹੁੰਦਾ ਹੈ, ਵਿਛੜ ਜਾਂਦੇ ਨੇ। ਇਸੇ ਤਰ੍ਹਾਂ ਹੀ ਸਰੀਰ ਨੇ। ਗਿਆਨੀ ਵਿਦਵਾਨ ਮਹਾਂਪੁਰਖ ਜਿਹੜੇ ਨੇ ਉਹ ਸੰਸਾਰ ਦੀ ਖੇਡ ਨੂੰ ਇਸ ਤਰ੍ਹਾਂ ਵੇਖ ਲੈਂਦੇ ਹਨ। ਕਹਾਂ ਸ਼ੋਕ ਇਸ ਤਨ ਕੋ ਕਰਬੋ, ਨਿਤ ਪ੍ਰਣਾਮੀ ਨਸੈ ਅਧੀਰ। ਸਰੀਰ ਦਾ ਸ਼ੋਕ ਕਾਹਦੇ ਵਾਸਤੇ ਕਰਨਾ, ਕਿਉਂਕਿ ਸਰੀਰ ਜਿਹੜਾ ਨਾ ਇਹ ਨਿਤ ਪ੍ਰਣਾਮੀ ਹੈ, ਦਿਨੋਂ ਦਿਨ ਘਟਣ ਵਾਲਾ, ਨਾਸ਼ ਹੁੰਦਾ ਹੈ ਬਿਨਾਂ ਡੇਰੀ ਤੋਂ। ਇਸ ਵਾਸਤੇ ਸਰੀਰ ਸਦਾ ਸਾਥ ਨਹੀਂ ਦਿੰਦੇ। ਸਰੀਰ ਮਿਲਦੇ ਵੀ ਹਨ, ਸਰੀਰ ਵਿਛੜ ਜਾਂਦੇ ਹਨ। ਇਸ ਵਾਸਤੇ ਸਰੀਰਾਂ ਦਾ ਮੋਹ ਨਹੀਂ ਕਰਨਾ ਚਾਹੀਦਾ, ਸਗੋਂ ਆਤਮਾ ਨਾਲ ਸੰਬੰਧ ਜੋੜਨਾ ਚਾਹੀਦਾ ਹੈ। ਆਤਮਾ ਸਦਾ ਮਿਲੀ ਰਹਿੰਦੀ ਹੈ। ਏਕ ਆਤਮਾ ਸੋ ਸਤ ਸਮਝੋ, ਆਏ ਨ ਜਾਏ ਆਨੰਦ ਬੜੀ। ਇੱਕ ਆਤਮਾ ਹੈ, ਉਸ ਨੂੰ ਸਦਾ ਸਤ ਸਮਝੋ। ਆਤਮਾ ਸਦੀਵੀ ਹੈ, ਆਤਮਾ ਨਾ ਆਉਂਦੀ ਨਾ ਜਾਂਦੀ ਹੈ। ਆਨੰਦ ਵਡੇਰ ਆਤਮਾ ਸਦਾ ਆਨੰਦ ਵਿੱਚ ਰਹਿੰਦੀ ਹੈ। ਏਮ ਸੁਨ ਕਰੀ ਕਪਾਲ ਕਿਰਿਆ ਉਠ, ਪੁਨੈ ਵਿਪਾਸਾ ਨੀਰ ਇਸ਼ਨਾਨ। ਇਸ ਤਰ੍ਹਾਂ ਸੁਣ ਕਰਕੇ ਸਾਰੇ ਗੁਰਸਿੱਖਾਂ ਨੇ ਜੋ ਅੰਤਮ ਸੰਸਕਾਰ ਦੀ ਮਰਿਆਦਾ ਸੀ ਪੂਰੀ ਕਰਦਿਆਂ ਹੋਇਆਂ ਬਿਆਸਾ ਦਰਿਆ ਵਿੱਚ ਇਸ਼ਨਾਨ ਕੀਤਾ। ਗਾਏ ਰਾਗ ਬੜ ਹੰਸ ਰਬਾਬੀ, ਪੌੜੀ ਲਾਏ ਸੁਨਾਵੇ ਕਾਨ। ਗੁਰੂ ਕੇ ਰਾਗੀ ਸਿੱਖ ਬਾਣੀ ਦਾ ਗਾਇਨ ਕਰ ਰਹੇ ਨੇ। ਵਡਹੰਸ ਰਾਗ 'ਚ ਅਲਾਹਣੀਆਂ ਉਚਾਰਨ ਕੀਤੀਆਂ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਦੀ ਪਾਵਨ ਬਾਣੀ। ਲੋਕ ਅਲਾਹਣੀਆਂ ਪਾਉਂਦੇ ਸਨ, ਏਕਾਂ ਲਾ ਲਾ ਕਰਕੇ ਵਿਛੜ ਗਿਆਂ ਨੂੰ ਰੋਂਦੇ ਸਨ ਨਾਮ ਲੈ ਲੈ ਕੇ। ਸਾਹਿਬਾਂ ਕਿਹਾ ਭਾਈ ਐਸਾ ਨਹੀਂ ਕਰਨਾ, ਆ ਅਲਾਹਣੀਆਂ ਬਾਣੀ, ਇਹਦਾ ਬਾਣੀ ਦਾ ਪਾਠ ਕਰੋ। ਸੋ ਗੁਰੂ ਕੇ ਰਾਗੀ ਸਿੱਖ ਜਿਹੜੇ ਨੇ ਵਡਹੰਸ ਰਾਗ ਦੇ ਵਿੱਚ ਗੁਰੂ ਕੀ ਬਾਣੀ ਉਚਾਰਨ ਕੀਤੀ ਹੋਈ ਅਲਾਹਣੀਆਂ ਦਾ ਪਾਠ ਸ਼ਬਦ ਕੀਰਤਨ ਕਰਦੇ ਨੇ। ਪੌੜੀ ਲਾ ਕਰਕੇ ਖਲੋ ਕਰਕੇ ਪੌੜੀ ਲਾਉਂਦੇ ਨੇ। ਸੁਨਾਵੇ ਕੰਨ, ਸਾਰਿਆਂ ਦੇ ਕੰਨਾਂ ਵਿੱਚ ਆਵਾਜ਼ ਪੈ ਜਾਵੇ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਕੀਰਤਨ ਕਰ ਰਹੇ ਨੇ ਰਬਾਬੀ, ਤੇ ਗੁਰੂ ਕੇ ਸਿੱਖ ਸੁਣਦੇ ਹਨ। ਸਨੇ ਸਨੇ ਪੁਨ ਪੁਰ ਮਹਿ ਆਈ,
बापी आगे लाए दीवान। इस तरह जिन्नियां सिख संगतां अंतिम संस्कार ते पहुंचियां सन, व्यासा दरिया के कंढे ते बाबा महादेव जी का अंतिम संस्कार होया। कुछ समा कीर्तन हुंदा रहा, फिर सारे ही उत्थों चल करके नगर विच आ गए। बौली साहब गुरुद्वारे दे पास नेड़े आ करके भाई साहब कहंदे दीवान सजाया। गुरु कियां सिख संगतां गुरु की बाणी का कीर्तन सरवण कर लगियां हन। जिवें भाई साहब जी अगला इतिहास सुनाउणगे सुनांगे। इत्थों तक विचार करदियां होइयां बेअंत भुलां चुकां दी माफ़ी बख्शनी जी। लगभग 55 कुछ साल की उम्र शरीर गुमरा बतीत करते सफल करते हुए बाबा महादेव जी गुरपुर दे वासी होए। पंज भूतिक शरीर त्याग करके ज्यों जल में जलियाए खटाना, त्यों ज्योति संग ज्योत समाना। मिट गए गमन पाए विश्राम, नानक प्रभ कै सदगुरबान। वो महान अवस्था नूं प्राप्त कर लिया। सूरज किरण मिले जल का जल हुआ राम, ज्योति ज्योत रली संपूर्ण थिया राम। गरीब निवास सतगुरु सच्चे पातशाह महाराज जी की आग्या नाल सिख संगतां गुरु की बाणी का गायन कर रही, बाणी का कीर्तन सरवण कर रही हैं। गुरुद्वारा बौड़ी साहब के नेड़े दीवान सजिया है। भाई साहब जी अगला इतिहास सरवण कराउणगे। इत्थों तक होईयां बेअंत भुलां दी माफ़ी। सतगुरु पातशाह गुरु की संगत बख्शनहार जी बख्श लैना। अगे वास्ते समत बख्शनी कृपा करनी जी। अंतलियां पंक्तियां पढ़दियां वाहिगुरु मंत्र का जाप करदियां समाप्ति है जी। दीन तिला जुल नाम लीन ते पंचामृत बरताय आन। सने सने पुनपुर में आए, बापी आगे लाए दीवान। वाहे गुरु गुरु वाहे गुरु वाहे गुरु वाहे गुरु वाहे
अच्युत हे पार ब्रह्म अविनाशी अगनास हे पूरन हे सर्व में दुख भंजन गुणतास हे संगी हे निरंकार निर्गुण सब टेक हे गोविंद हे गुण निदान जाके सदा विवेक हे अपरंपर हार हरे बनहार हे संत है कै सदा संग नितारा आधार हे ठाकुर हाँ दास रो मैं निर्गुण गुण नहीं कोई नानक दीजै नाम दान राखो ही है परोए आए प्राप शरणागति कृपा निध दयाल एक अक्षर आहार मान बसत नानक होत निहाल वाहिगुरु नाम जहाज है चढ़े सोतरे पार जो शरदाकार सेवा दे गुर पार उतारन हार जो शरदाकार सेवा दे गुर पार उतारन हार वाहिगुरु जी का खालसा वाहिगुरु जी की फतेह।